ਕਾਫੀ ਲੰਬਾ ਸੰਘਰਸ਼ ਹੋ ਗਿਆ ਜਿੱਦਾਂ ਆਪਾਂ ਮੰਨ ਕੇ ਚੱਲੀਏ ਕਿ 10 ਮਹੀਨੇ ਕਰੀਬ ਹੋ ਗਏ ਆ ਉਹ 700 ਦੇ ਕਰੀਬ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ। ਤੁਹਾਡੇ ਹਿਸਾਬ ਨਾਲ ਕਿੱਡਾ ਕੁ ਲੰਬਾ ਹੋਰ ਸੰਘਰਸ਼ ਆਪਾਂ ਇਹ ਹੋ ਸਕਦਾ? ਜਿਹੜੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਉਹ ਇਕੱਠੇ ਹੋਏ, ਉਹ ਤੋਂ ਬਾਅਦ ਅਸੀਂ ਰੇਲਵੇ ਟਰੈਕਸ ਤੇ 2 ਮਹੀਨੇ ਬੈਠੇ ਰਹੇ। 10 ਮਹੀਨੇ ਸਾਨੂੰ ਇੱਥੇ ਬੈਠਿਆਂ ਨੂੰ ਹੋ ਗਏ। 1 ਸਾਲ ਤਾਂ ਸਾਨੂੰ ਇਹ ਬਹੁਤ ਸਰਗਰਮੀ ਨਾਲ ਅੰਦੋਲਨ ਚਲਾਉਣਾ ਪੈ ਰਿਹਾ। ਉਹ ਹਾਲੇ ਇਹ ਕਦੋਂ ਮੁੱਕੇਗਾ, ਇਹ ਸਵਾਲ ਦਾ ਜਵਾਬ ਸ਼ਾਇਦ ਜਾਂ ਨੇਚਰ ਨੂੰ ਪਤਾ ਹੈ ਜਾਂ ਸਰਕਾਰ ਨੂੰ ਪਤਾ ਹੈ। ਰਾਜੇਵਾਲ ਸਾਹਿਬ, ਆਪਾਂ ਜੇ ਗੱਲ ਕਰੀਏ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਬਹੁਤ ਗਹਿਰੀ ਗੱਲ ਚਲੀ ਜਾਂਦੀ ਕਿ ਜਿਹੜਾ ਸਾਨੂੰ 74 ਸਾਲ ਦੇ ਵਿੱਚ ਕੁਝ ਨਹੀਂ ਮਿਲਿਆ, ਪਰ ਹੁਣ ਇਸ ਟਾਈਮ ਆਪਾਂ ਸਮਝਦੇ ਕਿ ਸਾਡੇ ਕੋਲ ਇੱਕ ਮੌਕਾ ਹੈਗਾ ਜੇ ਅਸੀਂ ਆਪ ਕਿਸਾਨੀ ਸੰਘਰਸ਼ ਵਾਲੇ ਜੇ ਆਪ ਰਾਜਨੀਤੀ ਜਾਈਏ ਤੇ ਕੀ ਤੁਹਾਡਾ ਕੀ ਧਾਰਨਾ ਇਸ ਬਾਰੇ ਕਿ ਆਉਣਾ ਚਾਹੀਦਾ ਕਿ ਨਹੀਂ? ਮੈਂ ਇਹ ਸਮਝਦਾ ਕਿ ਅੱਜ ਅੰਦੋਲਨ ਸਾਡੀ ਪ੍ਰਾਇੋਰਟੀ ਨੰਬਰ 1 ਹੈ। ਮੈਂ ਆਪਣੇ ਸਾਥੀਆਂ ਨੂੰ ਸਾਰਿਆਂ ਨੂੰ ਕਿਹਾ ਵੀ ਯਾਦ ਰੱਖੋ, ਜੇ ਤੁਸੀਂ ਹੁਣੇ ਸੁਪਨੇ ਲੈਣੇ ਸ਼ੁਰੂ ਕਰਤੇ ਮੰਤਰੀ, ਮੁੱਖ ਮੰਤਰੀ ਜਾਂ MLA ਬਣਨ ਦੇ, ਤਾਂ ਤੁਸੀਂ ਅਸਲੀ ਕੰਮ ਤੋਂ ਭਟਕ ਜਾਓਗੇ। ਇਹ ਚੋਣਾਂ ਤੋਂ ਪਹਿਲਾਂ ਆਪਣਾ ਕੋਈ ਹੱਲ ਨਿਕਲ ਜਾਂਦਾ, ਇਲੈਕਸ਼ਨ ਆਪਣੇ ਸੰਘਰਸ਼ ਆਪਾਂ ਜਿੱਤ ਜਾਂਦੇ ਆ ਜਾਂ ਜੋ ਆਪਾਂ ਮੰਨੀਆਂ ਜਾਂਦੀਆਂ, ਫਿਰ ਆਪਾਂ ਜਾ ਸਕਦੇ ਰਾਜਨੀਤੀ ਵੱਲ? ਮੈਂ ਡਿਨਾਈ ਨਹੀਂ ਕਰਦਾ, ਨਾ ਮੈਂ ਇਹਨੂੰ ਹਾਂ ਕਹਿਣਾ ਵੀ ਪੱਕਾ ਹੈ। ਇਹ ਹੈ ਵੀ ਇਹ ਤੇ ਬਾਅਦ ਅਸੀਂ ਤੈਅ ਕੀਤਾ ਵੀ ਬੈਠ ਕੇ 1 ਦਿਨ 2 ਦਿਨ ਇਹਦੇ ਤੇ ਮੰਥਨ ਜ਼ਰੂਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਆਪਾਂ ਦੇਖਿਆ ਕਿ ਮੇਨ ਕਿਸਾਨੀ ਸੰਘਰਸ਼ ਜਿਹੜਾ ਹੈਗਾ ਆਪਣਾ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਿਹਾ ਹੈਗਾ। ਕਾਫੀ ਸ਼ਹੀਦੀਆਂ ਪ੍ਰਾਪਤ ਹੋ ਚੁੱਕੀਆਂ, ਕਾਫੀ ਲੰਬਾ ਸਮਾਂ ਆਪਾਂ ਜਿਹੜਾ ਸੰਤਾਪ ਜਿਹੜਾ ਹੰਢਾ ਚੁੱਕੇ ਆ, ਔਰ ਹਜੇ ਪਤਾ ਨਹੀਂ ਹੈਗਾ ਕਿੱਡਾ ਕੁ ਲੰਬਾ ਹੋਰ ਚੱਲਣਾ, ਕੀ ਹਿਸਾਬ ਕਿਤਾਬ ਚੱਲਦਾ ਕੀ ਨਹੀਂ। ਆਪਾਂ ਇਸ ਸੰਬੰਧੀ ਜਿਹੜਾ ਹੈਗੇ ਇਸ ਸੰਘਰਸ਼ ਦੇ ਜਿਹੜੇ ਮੋਢੀ ਕਿਹਾ ਜਾ ਸਕਦਾ, ਜਿਹੜੇ ਬਾਬਾ ਬੋੜ ਵੀ ਕਿਹਾ ਜਾ ਸਕਦਾ ਇਸ ਚੀਜ਼ ਦੇ, ਆਪਾਂ ਰਾਜੇਵਾਲ ਸਾਹਿਬ ਨਾਲ ਜਿਹੜੇ ਇਸ ਸੰਬੰਧੀ ਕੁਝ ਗੱਲਾਂ ਕਰਦੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਸਿਹਤ ਕਿੱਦਾਂ ਹੈਗੀ? ਸਿਹਤ ਬਿਲਕੁਲ ਠੀਕ ਹੈ, ਕੋਈ ਪ੍ਰੋਬਲਮ ਬਿਲਕੁਲ ਠੀਕ ਹੈ। ਕੁਝ ਪਤਾ ਲੱਗਾ ਸੀ ਕਿ ਤੁਸੀਂ ਬਿਮਾਰ ਚੱਲ? ਹਾਂ, ਕੁਝ ਦੇਰ ਰਹੀ, ਕੁਝ ਥੋੜੀ ਇਨਫੈਕਸ਼ਨ ਹੋ ਗਈ ਸੀ। ਇੱਕ ਸਟੰਟ ਪਾਇਆ ਹੋਇਆ, ਉਹ ਜਿੱਥੇ ਪਾਇਆ ਉੱਥੇ ਇਨਫੈਕਸ਼ਨ ਹੋ ਗਈ ਸੀ। ਠੀਕ ਆ ਹੁਣ। ਰਾਜੇਵਾਲ ਸਾਹਿਬ, ਇੱਕ ਆਪਾਂ ਦੇਖਿਆ ਕਿ ਇੱਕ ਛੋਟਾ ਜਿਹਾ ਪਰਿਵਾਰ ਚਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈਗਾ। ਤੁਸੀਂ ਪਿਛਲੇ 10 ਮਹੀਨੇ ਲਗਾਤਾਰ ਏਡਾ ਤਗੜਾ ਸੰਘਰਸ਼ ਚਲਾ ਰਹੇ ਹੋ, ਕੀ ਫੀਲ ਕਰਦੇ ਤੁਸੀਂ, ਕੀ ਮਹਿਸੂਸ ਕਰਦੇ ਹੋ? ਮੈਂ ਸਮਝਦਾ ਵੀ ਇਹ ਅੰਦੋਲਨ ਅਸੀਂ ਨਹੀਂ ਚਲਾ ਰਹੇ, ਇਹ ਕੋਈ ਦੈਵੀ ਸ਼ਕਤੀ ਹੈ, ਅਕਾਲ ਪੁਰਖ ਹੈ ਜਿਹੜਾ ਇਸ ਅੰਦੋਲਨ ਦੇ ਪਿੱਛੇ ਖੜਾ ਹੈ। ਹਾਂ, ਇਹ ਦਰੁਸਤ ਹੈ ਵੀ ਅਸੀਂ ਜਦੋਂ ਅੰਦੋਲਨ ਸ਼ੁਰੂ ਕੀਤਾ, ਜਿਹੜੀਆਂ ਸਾਡੀਆਂ ਡਿਮਾਂਡ ਸੀ ਉਹ ਇਨਸਾਫ ਤੇ ਆਧਾਰਿਤ ਸੀ ਔਰ ਬਿਲਕੁਲ ਸਹੀ ਸੀ। ਜਦੋਂ ਤੁਸੀਂ ਇਮਾਨਦਾਰੀ ਨਾਲ ਜਾਂ ਕੋਈ ਇਨਸਾਫ ਤੇ ਆਧਾਰਿਤ ਗੱਲ ਕਰਦੇ ਹੋ ਤਾਂ ਤੁਹਾਡੇ ਨਾਲ ਕੁਦਰਤ ਵੀ ਖੜੀ ਹੁੰਦੀ ਹੈ। ਤੋ ਇਸ ਕਰਕੇ ਮੈਂ ਸਮਝਦਾ ਜਿੱਡੀ ਇਸ ਅੰਦੋਲਨ ਦਾ ਦਾਇਰਾ ਜਿੰਨਾ ਹੋ ਗਿਆ, ਜਿੰਨੀ ਵੱਡੀ ਗਿਣਤੀ 'ਚ ਲੋਕ ਇਹਦੇ ਵਿੱਚ ਸ਼ਾਮਲ ਹੋਣ ਲੱਗ ਪਏ, ਜਿੱਡੀ ਲੰਬੀ ਇਹਦੀ ਉਮਰ ਹੋ ਗਈ ਤੇ ਜਿੰਨਾ ਇਹ ਪੀਸਫੁਲ ਰਿਹਾ, ਇਹ ਅੰਦੋਲਨ ਵਿਲੱਖਣ ਥਾਂ ਰੱਖਦਾ ਹੈ ਇਤਿਹਾਸ ਵਿੱਚ ਔਰ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋ ਨਿਬੜਿਆ। ਤੋ ਇਸ ਕਰਕੇ ਅੰਦੋਲਨ ਜਦੋਂ ਸ਼ੁਰੂ ਕੀਤਾ ਸੀ, ਸਾਨੂੰ ਨਹੀਂ ਸੀ ਇੰਨਾ ਪਤਾ ਵੀ ਐਡਾ ਲੰਬਾ ਜਾਏਗਾ ਔਰ ਇੰਨੀ ਇਹਦੀ ਲੋਕਾਂ ਦੇ ਵਿੱਚ ਸਾਖ ਜਿਹੜੀ ਹੈ ਮਜ਼ਬੂਤ ਹੋ ਜਾਏਗੀ। ਕਾਫੀ ਲੰਬਾ ਸੰਘਰਸ਼ ਹੋ ਗਿਆ ਜਿੱਦਾਂ ਆਪਾਂ ਮੰਨ ਕੇ ਚੱਲੀਏ ਕਿ 10 ਮਹੀਨੇ ਕਰੀਬ ਹੋ ਗਏ ਆ ਉਹ 700 ਦੇ ਕਰੀਬ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ। ਤੁਹਾਡੇ ਹਿਸਾਬ ਨਾਲ ਕਿੱਡਾ ਕੁ ਲੰਬਾ ਹੋਰ ਸੰਘਰਸ਼ ਆਪਾਂ ਇਹ ਹੋ ਸਕਦਾ? ਅਸਲ ਵਿੱਚ ਤਾਂ ਇਹ 2017 'ਚ ਸ਼ੁਰੂ ਹੋ ਗਿਆ ਸੀ ਮੇਰੇ ਮਨ ਵਿੱਚ, ਜਦੋਂ ਮੈਂ ਇੱਥੇ ਨੀਤੀ ਆਯੋਗ ਦੀ ਮੀਟਿੰਗ ਅਟੈਂਡ ਕਰਕੇ ਗਿਆ ਔਰ ਇਹਨਾਂ ਦਾ ਮਨ ਪੜਿਆ ਵੀ ਇਹ ਜ਼ਮੀਨਾਂ ਕਾਰਪੋਰੇਟ ਹਾਊਸਿਸ ਨੂੰ ਦੇਣ ਵਾਲੇ ਨੇ। ਉਦੋਂ ਤੋਂ ਹੀ ਇਹਨੂੰ ਮੈਂ ਸਟੱਡੀ ਕਰਨਾ, ਇਹਨੂੰ ਸਮਝਣਾ ਸ਼ੁਰੂ ਕੀਤਾ ਤੇ ਫਿਰ 2020 ਦੇ ਸ਼ੁਰੂ 'ਚ ਜਦੋਂ ਪੂਰੀ ਤਿਆਰੀ ਹੋ ਗਈ, ਉਦੋਂ ਮੈਂ ਪੋਲੀਟੀਕਲ ਪਾਰਟੀਆਂ ਨੂੰ ਬੁਲਾ ਕੇ ਇੱਕ ਸੈਮੀਨਾਰ ਕੀਤਾ, ਉਹਨਾਂ ਨੂੰ ਪੇਪਰਸ ਦਿੱਤੇ ਵੀ ਪੜ੍ਹੋ ਇਹਨਾਂ ਨੂੰ, ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਦੇਸ਼ ਕਿੱਥੇ ਜਾ ਰਿਹਾ। ਤੋ ਉਹਨਾਂ ਤੋਂ ਵੀ ਸਹਿਯੋਗ ਮੰਗਿਆ, ਪਰ ਉਹਨਾਂ ਨੇ ਗੱਲਾਂ ਜ਼ਰੂਰ ਕੀਤੀਆਂ, ਸਹਿਯੋਗ ਕਿਸੇ ਨੇ ਨਹੀਂ ਦਿੱਤਾ। ਸਾਰੇ ਇਹ ਕਹਿ ਕੇ ਤਾਂ ਗਏ ਵੀ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ, ਪਰ ਲੜਨ ਵੇਲੇ ਸਾਨੂੰ ਕੋਈ ਲੱਭਿਆ ਨਹੀਂ। ਔਰ ਜਦੋਂ ਅਸੀਂ ਫਿਰ ਜਿਹੜੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਉਹ ਇਕੱਠੇ ਹੋਏ, ਉਹ ਤੋਂ ਬਾਅਦ ਅਸੀਂ ਰੇਲਵੇ ਟਰੈਕਸ ਤੇ 2 ਮਹੀਨੇ ਬੈਠੇ ਰਹੇ। 10 ਮਹੀਨੇ ਸਾਨੂੰ ਇੱਥੇ ਬੈਠਿਆਂ ਨੂੰ ਹੋ ਗਏ। 1 ਸਾਲ ਤਾਂ ਸਾਨੂੰ ਇਹ ਬਹੁਤ ਸਰਗਰਮੀ ਨਾਲ ਅੰਦੋਲਨ ਚਲਾਉਣਾ ਪੈ ਰਿਹਾ। ਉਹ ਹਾਲੇ ਇਹ ਕਦੋਂ ਮੁੱਕੇਗਾ, ਇਹ ਸਵਾਲ ਦਾ ਜਵਾਬ ਸ਼ਾਇਦ ਜਾਂ ਨੇਚਰ ਨੂੰ ਪਤਾ ਹੈ ਜਾਂ ਸਰਕਾਰ ਨੂੰ ਪਤਾ ਹੈ। ਹਾਂ, ਇੱਕ ਜ਼ਰੂਰ ਹੈ, ਮੈਂ ਸਮਝਦਾ ਵੀ ਜਦੋਂ ਕੋਈ ਅੰਦੋਲਨ ਹੁੰਦਾ, ਅੰਦੋਲਨ ਕਰਨ ਵਾਲੇ ਤੇ ਗਾਂਹ ਜਿਨ੍ਹਾਂ ਨੇ ਫੈਸਲਾ ਲੈਣਾ ਹੁੰਦਾ ਉਹਦੇ ਤੇ ਉਹਨਾਂ ਦੀ ਦੋਨਾਂ ਦਾ ਜਦੋਂ ਮੇਜ਼ ਤੇ ਬੈਠਦੇ ਨੇ ਤਾਂ ਅੰਦੋਲਨ ਕਰਨ ਵਾਲਿਆਂ ਨੇ ਆਪਣੀਆਂ ਮੰਗਾਂ ਨੂੰ ਜਸਟੀਫਾਈ ਕਰਨਾ ਹੁੰਦਾ
ਤੇ ਸਰਕਾਰ ਨੇ ਉਹਨੂੰ ਮੰਨਣਾ ਹੁੰਦਾ ਹੈ ਔਰ ਜਵਾਬ ਦੇਣਾ ਹੁੰਦਾ। ਸਰਕਾਰ ਦੀ ਇੱਕ ਡਿਊਟੀ ਬਣਦੀ ਹੈ ਵੀ ਜੇ ਜਸਟੀਫਾਈਡ ਡਿਮਾਂਡਸ ਹੋਣ ਤਾਂ ਉਹਨੂੰ ਮੰਨ ਲੈਣੀਆਂ ਚਾਹੀਦੀਆਂ, ਕਿਉਂਕਿ ਸਰਕਾਰ ਜਿਹੜੀ ਹੈ ਉਹ ਲੋਕਾਂ ਵਾਸਤੇ ਹੁੰਦੀ ਹੈ, ਲੋਕਾਂ ਦੀ ਸਰਕਾਰ ਹੁੰਦੀ ਹੈ। ਸਾਡੇ ਕਨਸਟੀਟਿਊਸ਼ਨਸ ਹੈਗਾ ਗਵਰਨਮੈਂਟ ਆਫ ਦਾ ਪੀਪਲ ਬਾਈ ਦਾ ਪੀਪਲ ਫॉर ਦਾ ਪੀਪਲ, ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਹੋਈ, ਲੋਕਾਂ ਦੇ ਭਲੇ ਲਈ। ਤੇ ਜਿਹੜੀ ਸਰਕਾਰ ਲੋਕਾਂ ਦੀ ਪਰਵਾਹ ਨਾ ਕਰੇ ਉਸ ਸਰਕਾਰ ਨੂੰ ਤੁਸੀਂ ਸਰਕਾਰ ਨਹੀਂ ਕਹਿ ਸਕਦੇ, ਉਹਨੂੰ ਕੋਈ ਹੋਰ ਨਾਂ ਦੇ ਸਕਦੇ ਹੋ, ਡਿਕਟੇਟਰ ਕਹਿ ਸਕਦੇ ਹੋ, ਰਾਜ ਹੱਟ 'ਚ ਫਸੀ ਹੋਈ ਸਰਕਾਰ ਕਹਿ ਸਕਦੇ ਹੋ। ਪਰ ਇੱਕ ਗੱਲ ਇਹ ਪੱਕੀ ਹੁੰਦੀ ਹੈ ਵੀ ਜਦੋਂ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ, ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹਨੂੰ ਅਸੀਂ ਚੁਣ ਕੇ ਭੇਜਦੇ ਹਾਂ ਉਹ ਪਾਰਲੀਮੈਂਟ 'ਚ ਆ ਅਸੈਂਬਲੀ 'ਚ ਜਿੱਥੇ ਜਾਂਦਾ ਹੈ ਉੱਥੇ ਜਾ ਕੇ ਸਾਡੀ ਗੱਲ ਕਰੇ ਔਰ ਸਾਡੀਆਂ ਲੋੜਾਂ ਅਨੁਸਾਰ ਪਾਲਿਸੀਜ਼ ਬਣਾਉਣ ਵਿੱਚ ਸਹਾਈ ਹੋਵੇ। ਜਦੋਂ ਸਰਕਾਰਾਂ ਇਹ ਗੱਲਾਂ ਭੁੱਲ ਜਾਣ ਤੇ ਫਿਰ ਇਹੋ ਜਿਹੇ ਅੰਦੋਲਨਾਂ ਦੀ ਲੋੜ ਪੈਂਦੀ ਹੈ। ਉਹ ਇਸ ਅੰਦੋਲਨ 'ਚ ਜਦੋਂ ਅਸੀਂ ਸਰਕਾਰ ਨਾਲ ਗੱਲਬਾਤ ਕੀਤੀ ਹੈ 11 ਵਾਰੀ 5-5 ਘੰਟੇ ਦੀ ਇੱਕ ਮੀਟਿੰਗ, ਔਰ ਸਰਕਾਰ ਝੂਠ ਬੋਲੇ ਬਹੁਤ ਤਕਲੀਫ ਦਿੰਦਾ ਹੈ। ਸਰਕਾਰ ਕੋਲੋਂ ਝੂਠ ਦੀ ਆਸ ਨਹੀਂ ਹੁੰਦੀ, ਪਰ ਆਹ ਸਰਕਾਰ ਤਾਂ ਮੇਰਾ ਜ਼ਿੰਦਗੀ ਦਾ ਇੱਕ ਤਲਖ ਤਜਰਬਾ ਹੈ। ਜਿੰਨੀ ਝੂਠੀ ਸਰਕਾਰ ਇਹ ਹੈ, ਕੋਈ ਅੱਜ ਤੱਕ ਇੰਨੀ ਝੂਠ ਬੋਲਣ ਵਾਲੀ ਸਰਕਾਰ ਨਹੀਂ ਦੇਖੀ। ਸਰਕਾਰਾਂ ਤੋਂ ਇਹ ਆਸ ਹੁੰਦੀ ਹੈ ਵੀ ਠੀਕ ਗੱਲ ਕਰਨ। ਮੇਜ਼ ਤੇ ਬੈਠੇ ਕਲੌਜ਼ ਬਾਈ ਕਲੌਜ਼ ਬਹਿਸ ਹੋਈ, ਇਹਨਾਂ ਨੇ ਫਿਰ ਵੀ ਰੌਲਾ ਪਾਉਂਦੇ ਰਹੇ ਵੀ ਸਾਨੂੰ ਜੀ ਦੱਸ ਦੇਣੀ ਇਹਨਾਂ ਕਾਨੂੰਨਾਂ 'ਚ ਕੀ ਕਾਲਾ ਕੀ ਆ, ਸਾਡੇ ਨਾਲ ਕਲੌਜ਼ ਬਾਈ ਕਲੌਜ਼ ਬਹਿਸ ਕਰ ਲੈਣ। ਅਸੀਂ ਇਹਨਾਂ ਨੂੰ ਕਿਹਾ ਵੀ ਸਾਰੀਆਂ ਰਿਕਾਰਡਿੰਗ ਤੁਹਾਡੇ ਕੋਲ ਨੇ, ਜਿਹੜੀ ਬਹਿਸ ਹੋਈ ਹੈ ਤੁਸੀਂ ਉਹਨੂੰ ਪਬਲਿਕ ਕਰ ਦਿਓ, ਲੋਕਾਂ ਨੂੰ ਪਤਾ ਲੱਗੇ ਕਿਹਨੇ ਕੀ ਕਿਹਾ, ਤੁਸੀਂ ਕੀ ਕਿਹਾ। ਅਖੀਰ 'ਚ ਸਥਿਤੀ ਇਹ ਆ ਗਈ ਵੀ ਸਰਕਾਰ ਰਾਜ ਹੱਟ 'ਚ ਫਸ ਗਈ, ਅੰਦੋਲਨ ਤੋੜਨ ਉੱਤੇ ਆ ਗਈ। ਅੰਦੋਲਨ ਨੂੰ ਤੋੜਨ ਵਾਸਤੇ ਇੱਕ ਸਾਜ਼ਿਸ਼ ਘੜੀ ਗਈ 26 ਜਨਵਰੀ ਨੂੰ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਵਾਹਿਗੁਰੂ ਦੀ ਮਿਹਰ ਹੋ ਗਈ, ਸਰਕਾਰ ਜਿੱਧਰ ਲਿਜਾਣਾ ਚਾਹੁੰਦੀ ਸੀ ਹਾਲੇ ਉਸ ਪਾਸੇ ਨਹੀਂ ਗਏ। ਉਹ ਬੜਾ ਭਿਆਨਕ ਰਸਤਾ ਸੀ ਉਹ ਜਿਸ ਪਾਸੇ ਨੂੰ ਸਰਕਾਰ ਲਿਜਾ ਰਹੀ ਸੀ। ਉਹ ਤੋਂ ਬਾਅਦ ਅੰਦੋਲਨ ਫਿਰ ਆਪਣੇ ਪੈਰਾਂ ਤੇ ਖੜਾ ਹੋ ਗਿਆ, ਲੋਕਾਂ ਨੇ ਸਾਥ ਦਿੱਤਾ, ਲਗਾਤਾਰ ਸਾਥ ਦਿੱਤਾ। ਅੱਜ ਸਰਕਾਰ ਦੇ ਪੱਲੇ ਕੁਛ ਨਹੀਂ ਕਹਿਣ ਨੂੰ। ਹਾਂ, ਇੱਕ ਗੱਲ ਜਦੋਂ ਮਿਲਦੇ ਬਾਰ-ਬਾਰ ਕਹਿੰਦੇ ਆ ਭਈ ਜੀ ਸਾਨੂੰ ਕੋਈ ਰਸਤਾ ਦੱਸੋ ਜਿਹਦੇ ਨਾਲ ਸਾਡੀ ਇੱਜ਼ਤ ਵੱਧ ਜਾਏ ਔਰ ਤੁਹਾਡਾ ਕੰਮ ਬਣ ਜਾਏ। ਹੁਣ ਸਾਡਾ ਇਹ ਕੰਮ ਤਾਂ ਹੈ ਨਹੀਂ। ਸਾਡਾ ਕੰਮ ਸੀ ਅਸੀਂ ਮੇਜ਼ ਤੇ ਸਿੱਧ ਕਰਤਾ ਵੀ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਉਹ ਬਹੁਤ ਜਸਟੀਫਾਈਡ ਨੇ। ਇਹ ਤੋਂ ਉਰੇ ਕੋਈ ਰਸਤਾ ਨਹੀਂ, ਇਹਨਾਂ ਨੂੰ ਜਿਹੜੇ ਕਾਨੂੰਨ ਨੇ ਵਾਪਸ ਲੈਣੇ ਪੈਣੇ। ਨਹੀਂ, ਸਰਕਾਰ ਕਹਿੰਦੀ ਹੈ ਵੀ ਤੁਸੀਂ ਸਾਨੂੰ ਕੋਈ ਸਾਡੀ ਇੱਜ਼ਤ ਬਚਾ ਦਿਓ। ਉਹਨਾਂ ਨੇ ਆਪਣਾ ਈਗੋ ਦਾ ਸਵਾਲ ਬਣਾ ਲਿਆ, ਮੋਦੀ ਹੈ ਤਾਂ ਮੁਮਕਿਨ ਹੈ। ਇਹ ਜਿਹੜੀ ਧਾਰਨਾ ਬਣ ਗਈ। ਤੁਸੀਂ ਦੇਖਿਆ ਵੀ ਜਦੋਂ ਤੋਂ ਮੋਦੀ ਜੀ ਆਏ ਨੇ 2014 ਤੋਂ, ਉਹ ਤੋਂ ਬਾਅਦ ਇੱਕ ਇਹ ਬਣ ਗਿਆ ਵੀ ਇਹ ਬੰਦਾ ਤਾਂ ਝੁਕਦਾ ਹੀ ਨਹੀਂ, ਇਹ ਤਾਂ ਮੁੜਦਾ ਹੀ ਨਹੀਂ ਪਿੱਛੇ। ਕਿਸੇ ਨੇ ਅੰਦੋਲਨ ਕਰਨ ਦੀ ਜ਼ਰੂਰਤ ਨਹੀਂ ਕੀਤੀ, ਉਹਦੇ ਖਿਲਾਫ ਸਟੇਟਮੈਂਟ ਦੇਣ ਦੀ ਜ਼ਰੂਰਤ ਨਹੀਂ ਕੀਤੀ, ਔਰ ਅਪੋਜੀਸ਼ਨ ਮਰ ਗਈ। ਅਪੋਜੀਸ਼ਨ ਦੇ ਕੋਲ ਕੋਈ ਨਾ ਤਾਂ ਲੀਡਰਸ਼ਿਪ ਹੈ ਤੇ ਨਾ ਉਹ ਇਸ ਕਾਬਲ ਹੈ ਵੀ ਉਹ ਮੋਦੀ ਨੂੰ ਮੁਕਾਬਲਾ ਕਰ ਸਕੇ ਮੋਦੀ ਦਾ। ਤੋ ਹਾਲਤ ਇਹ ਹੋ ਗਈ ਭਈ ਮੋਦੀ ਦੀ ਜਿੱਦ ਅੱਗੇ ਕਿਸਾਨਾਂ ਨੂੰ ਇੱਥੇ ਧਰਤੀ ਤੇ ਸੌਣਾ ਪਿਆ। ਸਰਦੀਆਂ ਕੱਟੀਆਂ, ਗਰਮੀਆਂ ਕੱਟੀਆਂ, ਬਰਸਾਤ ਕੱਟੀ, ਔਰ 700 ਦੇ ਉੱਤੇ ਕਿਸਾਨ ਸ਼ਹੀਦ ਹੋ ਗਏ। ਤੋ ਇਹਨੂੰ ਸਰਕਾਰ ਨਹੀਂ ਹੁਣ ਕਿਹਾ ਜਾ ਸਕਦਾ, ਲੋਕਾਂ ਦੀ ਆਵਾਜ਼ ਨਹੀਂ ਕਿਹਾ ਸਕਦਾ ਇਹ ਸਰਕਾਰ ਨੂੰ। ਇਹ ਕਾਰਪੋਰੇਟਸ ਦੀ ਹੱਥ ਠੋਕਾ ਸਰਕਾਰ ਤਾਂ ਕਹਿ ਸਕਦੇ ਹੋ। ਹਰ ਗੱਲ ਜਿੰਨੇ ਕਾਨੂੰਨ ਨੇ, ਇਹ ਵੀ ਹਰ ਪਾਲਿਸੀ ਜਿਹੜੀ ਹੈ ਦੇਸ਼ ਵਿੱਚ, ਇਹ ਬੜਾ ਮੰਦਭਾਗਾ ਸਮਾਂ ਆ ਗਿਆ ਜਦੋਂ ਹਰ ਪਾਲਿਸੀ ਜਿਹੜੀ ਹੈ ਸਟੇਟ ਕਾਰਪੋਰੇਟਸ ਨੂੰ ਪਾਲਣ ਵਾਲੇ ਪਾਸੇ ਜਾਂਦੀ ਹੈ। ਤੁਸੀਂ ਅੰਦਾਜ਼ਾ ਲਾਓ ਵੀ ਲੋਕਾਂ ਦੀ ਕੋਈ ਸੁਣਨ ਵਾਲਾ ਨਹੀਂ। ਦੇਸ਼ ਦੀ ਉਹ ਪ੍ਰੋਪਰਟੀ ਜਿਹੜੀ ਮਿਹਨਤ ਨਾਲ ਲੋਕਾਂ ਦੇ ਟੈਕਸਿਸ ਨਾਲ ਇਸ ਦੇਸ਼ ਨੇ ਅੱਛੀਆਂ PSUs ਖੜੀਆਂ ਕੀਤੀਆਂ, ਇੱਕ ਇੱਕ ਕਰਕੇ ਰੋਜ਼ ਵੇਚੀ ਜਾ ਰਹੀ ਹੈ। ਦੇਸ਼ ਦੀ ਇਕਨੋਮੀ ਦਾ ਬੁਰਾ ਹਾਲ ਹੈ। ਅਸੀਂ 74 ਸਾਲਾਂ ਵਿੱਚ ਦੇਸ਼ 'ਚ ਅਨਐਮਪਲੋਇਮੈਂਟ ਦੂਰ ਨਹੀਂ ਕਰ ਸਕੇ, ਕਰਪਸ਼ਨ ਦੂਰ ਨਹੀਂ ਕਰ ਸਕੇ, ਅਸੀਂ ਇਸ ਦੇਸ਼ ਵਿੱਚ ਗਰੀਬੀ ਨਹੀਂ ਘਟਾ ਸਕੇ, ਤੇ ਲੋਕਾਂ ਨੂੰ ਆਪਣੀ ਰੋਟੀ ਦਾ ਫਿਕਰ ਪਿਆ ਹੈ। ਇਹੋ ਜਿਹਾ ਦੇਸ਼ ਜਿੱਥੇ ਨੇਚਰ ਨੇ ਸਭ ਤੋਂ ਵੱਧ ਦਿੱਤਾ ਹੋਵੇ ਔਰ ਉੱਥੇ ਰੂਲਰ ਸਭ ਤੋਂ ਮਾੜੇ ਸਾਬਤ ਹੋਣ, ਤਾਂ ਫਿਰ ਉਹ ਦੇਸ਼ ਇੱਦਾਂ ਤਰੱਕੀ ਨਹੀਂ ਕਰਦੇ ਹੁੰਦੇ। ਇਹੀ ਹਾਲਤ ਸਾਡੇ ਦੇਸ਼ ਦੀ ਹੋਈ ਹੈ। ਰਾਜੇਵਾਲ ਸਾਹਿਬ, ਆਪਾਂ ਜੇ ਗੱਲ ਕਰੀਏ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਬਹੁਤ ਗਹਿਰੀ ਗੱਲ ਚਲੀ ਜਾਂਦੀ ਕਿ ਜਿਹੜਾ ਸਾਨੂੰ 74 ਸਾਲ ਦੇ ਵਿੱਚ ਕੁਝ ਨਹੀਂ ਮਿਲਿਆ, ਪਰ ਹੁਣ ਇਸ ਟਾਈਮ ਆਪਾਂ ਸਮਝਦੇ ਕਿ ਸਾਡੇ ਕੋਲ ਇੱਕ ਮੌਕਾ ਹੈਗਾ ਜੇ ਅਸੀਂ ਆਪ ਕਿਸਾਨੀ ਸੰਘਰਸ਼ ਵਾਲੇ ਜੇ ਆਪ ਰਾਜਨੀਤੀ ਜਾਈਏ, ਤੇ ਕੀ ਤੁਹਾਡਾ ਕੀ ਧਾਰਨਾ ਇਸ ਬਾਰੇ ਕਿ ਆਉਣਾ ਚਾਹੀਦਾ ਕਿ ਨਹੀਂ ਆਉਣਾ? ਨਹੀਂ, ਦੇਖੋ ਇਸ ਵੇਲੇ ਦੋ ਲੋਕਾਂ ਦੀਆਂ ਇੱਛਾਵਾਂ ਨੇ। ਲੋਕਾਂ ਦੀਆਂ ਇੱਛਾਵਾਂ ਬਹੁਤ ਮਾਇਨੇ ਰੱਖਦੀਆਂ। ਮੈਂ ਸਾਰੀ ਉਮਰ ਲੰਘ ਗਈ
ਮੈਂ ਇਹਦੇ ਕਿਸਾਨ ਜਥੇਬੰਦੀਆਂ ਦੇ ਦਾ ਫਾਊਂਡਰ ਕਹਿ ਸਕਦਾ ਆਪਣੇ ਆਪ ਨੂੰ। ਆਈ ਸਟਾਰਟਡ ਇਨ 1971। ਮੈਂ 1971 ਤੋਂ ਇਹ ਸ਼ੁਰੂ ਕੀਤਾ। ਇਹਦਾ ਸੰਵਿਧਾਨ ਮੈਂ ਲਿਖਿਆ ਸਾਰੇ ਦੇਸ਼ ਵਿੱਚ ਜਾ ਕੇ। ਜਿਹੜੇ ਵੱਡੇ ਵੱਡੇ ਨਾਮਵਰ ਲੀਡਰ ਨੇ, ਸ਼ਰਦ ਜੋਸ਼ੀ ਹੈ, ਨਾਰਾਇਣਾ ਸਵਾਮੀ ਨਾਇਡੂ ਹੈ, ਚੌਧਰੀ ਮਹਿੰਦਰ ਸਿੰਘ ਟਕੈਤ ਹੈ, ਪ੍ਰੋਫੈਸਰ ਨੰਜੂਦਾ ਸਵਾਮੀ ਨੇ, ਇਹਨਾਂ ਸਾਰਿਆਂ ਨੂੰ ਘਰਾਂ ਤੋਂ ਕੱਢਣ ਦਾ ਕੰਮ ਮੈਂ ਕੀਤਾ। ਅਤੇ ਮੈਂ ਇਹ ਸਾਰੇ ਸਮੇਂ 'ਚ ਮੇਰੀ ਇੱਕ ਦਿਲੀ ਇੱਛਾ ਸੀ, ਮੈਂ ਪੋਲੀਟਿਕਸ 'ਚ ਜਾ ਸਕਦਾ ਸੀ ਵੀ ਮੈਂ ਜਦੋਂ ਇਹ ਕੰਮ ਕਰ ਰਿਹਾ ਮੈਨੂੰ ਸੈਟਿਸਫੈਕਸ਼ਨ ਮਿਲਦੀ ਸੀ ਵੀ ਮੇਰੇ ਬਾਪ ਦਾਦੇ ਵਾਲਾ ਕੰਮ ਜੇ ਸਿਕਿਉਰ ਹੋ ਜਾਏ ਤਾਂ ਮੈਂ ਬਹੁਤ ਵੱਡੀ ਸੇਵਾ ਕੀਤੀ ਹੈ। ਮੈਨੂੰ ਮੌਕਾ ਮਿਲੇ ਵੀ ਤਾਂ ਵੀ ਮੈਂ ਉਸ ਪਾਸੇ ਨਹੀਂ ਗਿਆ। ਅੱਜ ਵੀ ਸਥਿਤੀ ਇਹ ਹੈ, ਅਸੀਂ ਡਿਸਕਸ ਕਰਦੇ ਹਾਂ, ਲੋਕਾਂ ਦੀ ਇੱਛਾ ਇੱਕ ਤਾਂ ਇਹ ਹੈ ਵੀ ਇਹ ਅੰਦੋਲਨ ਅਸੀਂ ਜਿੱਤੀਏ, ਇਹ ਲੋਕਾਂ ਦੀ ਮਨ ਦੀ ਭਾਵਨਾ ਹੈ। ਅੱਜ ਹਰਿਆਣਾ ਪੰਜਾਬ 'ਚ ਤਾਂ 2 ਸਟੇਟਾਂ ਐਸੀਆਂ ਜਿੱਥੇ ਇਹ ਚੁੱਲ੍ਹਿਆਂ 'ਤੇ ਗੱਲ ਹੋਣ ਲੱਗ ਪਈ। ਇਸ ਅੰਦੋਲਨ ਦੀ ਘਰ ਘਰ ਪਹੁੰਚ ਗਿਆ। ਦੂਸਰੀ ਇੱਛਾ ਲੋਕਾਂ ਦੀ ਇਹ ਹੈ, ਲੋਕ ਜਿਹੜੇ ਮੌਜੂਦਾ ਪੋਲੀਟੀਸ਼ੀਅਨ ਨੇ ਅੱਜ ਤੱਕ ਦੇ, ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨੇ, ਉਹਨਾਂ ਤੋਂ ਅੱਕੇ ਪਏ ਹੈ, ਉਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ। ਲੋਕੀ ਸਾਤੋਂ ਇਹ ਆਸ ਕਰਨ ਲੱਗ ਪਏ ਵੀ ਇਹ ਆ ਕੇ ਸਰਕਾਰ ਬਣਾਉਣ, ਇਹ ਕੋਈ ਸੁਧਾਰ ਕਰਨਗੇ। ਹਾਂ, ਪਰ ਸਾਡੀ ਇੱਕ ਸਮੱਸਿਆ ਹੈ, ਮੈਂ ਇਹ ਸਮਝਦਾ ਵੀ ਅੱਜ ਅੰਦੋਲਨ ਸਾਡੀ ਪ੍ਰਾਇਰਟੀ ਨੰਬਰ 1 ਹੈ। ਮੈਂ ਆਪਣੇ ਸਾਥੀਆਂ ਨੂੰ ਸਾਰਿਆਂ ਨੂੰ ਕਿਹਾ ਵੀ ਯਾਦ ਰੱਖੋ, ਜੇ ਤੁਸੀਂ ਹੁਣੇ ਸੁਪਨੇ ਲੈਣੇ ਸ਼ੁਰੂ ਕਰਤੇ ਮੰਤਰੀ, ਮੁੱਖ ਮੰਤਰੀ ਜਾਂ MLA ਬਣਨ ਦੇ, ਤਾਂ ਤੁਸੀਂ ਅਸਲੀ ਕੰਮ ਤੋਂ ਭੜਕ ਜਾਓ। ਮਾਨਸਿਕਤਾ ਹੈ, ਫਿਰ ਤੁਸੀਂ ਸੁਪਨੇ ਦੇਖਣ ਲੱਗ ਜਾਓਗੇ ਵੀ ਮੈਂ MLA ਬਣਿਆ, ਮੈਂ ਮੰਤਰੀ ਬਣਿਆ, ਮੈਂ ਚੀਫ ਮਿਨਿਸਟਰ ਬਣਿਆ। ਜਦੋਂ ਇਹ ਸੁਪਨੇ ਲਓਗੇ ਤਾਂ ਇੱਧਰੋਂ ਧਿਆਨ ਉਖੜ ਜਾਏਗਾ। ਅਸੀਂ ਆਪਣਾ ਕੰਮ ਪਹਿਲਾਂ ਕਰੀਏ, ਪਹਿਲਾਂ ਮੋਰਚਾ ਜਿੱਤੀਏ, ਉਹ ਤੋਂ ਬਾਅਦ ਬੈਠਿਓ, ਜੋ ਮਰਜ਼ੀ ਫੈਸਲਾ ਕਰ ਲਿਓ, ਲੋਕਾਂ ਮੁਤਾਬਕ ਕਰ ਲਿਓ, ਨਹੀਂ ਸੂਟ ਕਰਦਾ ਨਾ ਕਰਿਓ, ਪਰ ਮੋਰਚੇ ਦੀ ਕਾਮਯਾਬੀ ਤੱਕ ਸ਼ਾਂਤੀ ਨਾਲ ਆਪਣੇ ਧਿਆਨ ਕੰਸਨਟਰੇਟ ਕਰੋ ਮੋਰਚਾ ਚਲਾਉਣ 'ਤੇ। ਜੇ ਚੋਣਾਂ ਤੋਂ ਪਹਿਲਾਂ ਆਪਣਾ ਕੋਈ ਹੱਲ ਨਿਕਲ ਜਾਂਦਾ, ਇਲੈਕਸ਼ਨ ਆਪਣੇ ਸੰਘਰਸ਼ ਆਪਾਂ ਜਿੱਤ ਜਾਂਦੇ ਆ ਜਾਂ ਜੋ ਆਪਾਂ ਮੰਨੀਆਂ ਜਾਂਦੀਆਂ, ਫਿਰ ਆਪਾਂ ਜਾ ਸਕਦੇ ਰਾਜਨੀਤੀ ਵਾਲੇ ਪਾਸੇ? ਮੈਂ ਡਿਨਾਈ ਨਹੀਂ ਕਰਦਾ, ਨਾ ਮੈਂ ਇਹਨੂੰ ਹਾਂ ਕਹਿਣਾ ਵੀ ਪੱਕਾ ਹੈ। ਇਹ ਹੈ ਵੀ ਇਹ ਤੋਂ ਬਾਅਦ ਅਸੀਂ ਤੈਅ ਕੀਤਾ ਵੀ ਬੈਠ ਕੇ 1 ਦਿਨ 2 ਦਿਨ ਇਹਦੇ 'ਤੇ ਮੰਥਨ ਜ਼ਰੂਰ ਕਰਾਂਗੇ। ਲੋਕੀ ਜੋ ਚਾਹਣਗੇ ਉਹਦੇ ਮੁਤਾਬਕ ਫੈਸਲਾ ਕਰਾਂਗੇ, ਆਪਣੇ ਆਪ ਫੈਸਲਾ ਲੋਕਾਂ 'ਤੇ ਵੀ ਨਹੀਂ ਠੋਸਾਂਗੇ। ਪਰ ਰਾਜੇਵਾਲ ਸਾਹਿਬ, ਜਿੱਦਾਂ ਦੇਖਿਆ ਕਿ ਸਰਕਾਰ ਦੀ ਜਿਹੜੀ ਮੇਨ ਕਹੀਏ ਕੇਂਦਰ ਸਰਕਾਰ ਦੀ ਇੱਕ ਚਾਲ ਸੀਗੀ ਜਿਹੜਾ ਸੰਘਰਸ਼ ਤੋੜਿਆ ਜਾਏ, ਉਹਨਾਂ ਤੋੜਨ ਵਾਸਤੇ ਇੱਕ ਤੁਹਾਡੀ 32 ਮੈਂਬਰੀ ਕਮੇਟੀ ਉੱਤੇ ਵੀ ਕਈ ਵਾਰੀ ਕੋਈ ਇਲਜ਼ਾਮ ਵੀ ਲਾਏ, ਕਈ ਕੁਝ ਕੀਤਾ। ਕਿ ਤੁਹਾਡੇ ਵਿੱਚ ਆਪਸੀ ਕੋਈ ਤਰੇੜ ਹੈਗੀ ਆ 32? ਦੇਖੋ, ਬੜਾ ਆਨੰਦ ਆਉਂਦਾ ਕੰਮ ਕਰਕੇ। ਮੈਂ ਬਹੁਤ ਵਾਰੀ ਕਹਿ ਚੁੱਕਾ ਵੀ ਮੈਂ ਲੈਫਟਿਸਟ ਦੇ ਨਾਲ ਕਦੇ ਕੰਮ ਨਹੀਂ ਸੀ ਕੀਤਾ। ਮੈਂ ਜਦੋਂ ਕਮਿਊਨਿਸਟਾਂ ਦਾ ਨਾਮ ਆਉਂਦਾ ਸੀ ਮੈਂ ਕਹਿੰਦਾ ਸੀ ਛੱਡ ਯਾਰ, ਇਹ ਤਾਂ ਪਤਾ ਨਹੀਂ ਕਿੱਦਾਂ ਦੇ ਬੰਦੇ ਨੇ, ਨੈਗੇਟਿਵ ਅਪਰੋਚ ਰੱਖਦੇ ਨੇ। ਹੁਣ ਅਸੀਂ 32 ਇਕੱਠੇ ਹਾਂ, ਇੰਨੀ ਬਹਿਸ ਹੁੰਦੀ ਹੈ, 5-5 6-6 ਘੰਟੇ ਸਾਡੀ ਆਪਸ ਵਿੱਚ ਕਿਸੇ ਵੀ ਇਸ਼ੂ 'ਤੇ ਬਹਿਸ ਹੁੰਦੀ ਹੈ। ਔਰ ਜਦੋਂ ਬਾਹਰ ਨਿਕਲਦੇ ਹਾਂ ਸਾਰੇ ਜੱਫੀਆਂ ਪਾ ਕੇ ਨਿਕਲਦੇ ਹਾਂ, ਔਰ ਅੰਦਰ ਬਹੁਤ ਲੜਦੇ ਹਾਂ, ਔਰ ਮੈਨੂੰ ਆਨੰਦ ਆਉਂਦਾ ਕੰਮ ਕਰਕੇ। ਔਰ ਇਹ ਜਿਹੜਾ ਜਿਸ ਢੰਗ ਨਾਲ ਅਸੀਂ ਲੜੇ ਹਾਂ, ਤੁਹਾਡੇ ਲਈ ਹੈਰਾਨੀ ਹੋਏਗੀ ਭਈ ਸਾਡੇ ਕੋਲ ਜੋ ਇਨਫੋਰਮੇਸ਼ਨ ਆ ਰਹੀ ਹੈ, ਸਾਊਥ ਵਿੱਚ, ਦੇਸ਼ ਦੇ ਦੂਜੇ ਸਟੇਟਾਂ ਦੇ ਵਿੱਚ, ਇੱਕ ਕਿਸਾਨ ਜਥੇਬੰਦੀਆਂ, ਚਾਹੇ ਲੈਫਟਿਸਟ ਨੇ ਚਾਹੇ ਆਮ ਨੇ, ਜਿਹੜੀਆਂ ਗੈਰ ਸਿਆਸੀ ਨੇ, ਉਹਨਾਂ 'ਚ ਚਰਚਾ ਚੱਲ ਪਈ ਵੀ ਜੇ ਪੰਜਾਬ ਵਾਲੇ ਏਡਾ ਬੜਾ ਅੰਦੋਲਨ ਖੜਾ ਕਰ ਸਕਦੇ ਆ ਸੰਯੁਕਤ ਕਿਸਾਨ ਮੋਰਚਾ ਬਣਾ ਕੇ, ਤਾਂ ਸਾਨੂੰ ਕੀ ਤਕਲੀਫ ਹੈ, ਅਸੀਂ ਕਿਉਂ ਨਹੀਂ ਇਕੱਠੇ ਹੁੰਦੇ। ਹਰਿਆਣੇ ਨੇ ਕੋਈ ਪਿਛਲੇ ਮਹੀਨੇ 19 ਜਥੇਬੰਦੀਆਂ, ਉਹਨਾਂ ਨੇ ਵੀ ਸੰਯੁਕਤ ਕਿਸਾਨ ਮੋਰਚਾ ਹਰਿਆਣੇ ਦਾ ਬਣਾ ਲਿਆ। ਔਰ ਯੂਪੀ ਵਿੱਚ 2-3 ਮੀਟਿੰਗਾਂ ਲਖਨਊ 'ਚ ਹੋ ਚੁੱਕੀਆਂ, ਉੱਥੇ ਵੀ ਛੇਤੀ ਬਣ ਜਾਏਗਾ ਕਿਉਂਕਿ ਯੂਪੀ ਬਹੁਤ ਵੱਡੀ ਸਟੇਟ ਹੈ, ਤੇ ਉੱਥੇ ਥੋੜ੍ਹਾ ਟਾਈਮ ਲੱਗੂ, ਬਣ ਜਾਏਗਾ। ਸਾਊਥ ਵਿੱਚੋਂ ਸਾਨੂੰ ਸੁਨੇਹੇ ਆਉਣ ਲੱਗ ਪਏ ਵੀ ਅਸੀਂ ਵੀ ਸੰਯੁਕਤ ਕਿਸਾਨ ਮੋਰਚਾ ਬਣਾਉਣਾ, ਆਪਣੀ ਜਥੇਬੰਦੀਆਂ ਦੀ ਆਈਡੈਂਟੀਟੀ ਉਹ ਛੱਡ ਦੇਣੀ ਹੈ। ਤਾਂ ਇਹ ਬੜੀ ਵੱਡੀ ਪ੍ਰਾਪਤੀ ਹੈ ਵੀ ਸਾਰੇ ਇਕੱਠੇ ਹੋ ਕੇ ਲੜਨ ਵਾਸਤੇ ਮਨ ਬਣ ਗਿਆ ਲੋਕਾਂ ਦਾ। ਇਹ ਇਸ ਅੰਦੋਲਨ ਦੀ ਪ੍ਰਾਪਤੀ ਹੈ। ਕੁਝ ਮਨ ਮਟਾਵ ਸੀਗੇ ਤੁਹਾਡੇ ਗੁਰਨਾਮ ਸਿੰਘ ਚਡੂਨੀ ਨਾਲ ਜਿਹੜਾ ਜਥੇਬੰਦੀ ਦੇ, ਕੁਝ ਅੱਜ ਦੀ ਡੇਟ 'ਚ ਠੀਕ ਹੈ ਜੀ ਸਰ? ਨਹੀਂ, ਮਨ ਮਟਾਓ ਨਹੀਂ ਸੀ, ਪਾਲਿਸੀ ਮਤਭੇਦ ਨੇ। ਗੁਰਨਾਮ ਸਿੰਘ ਚਨੂਨੀ ਨੂੰ ਮੈਂ ਹੀ ਲਿਆਇਆ ਸੀ, ਕੋਈ ਬਹੁਤ ਵੱਡੀ ਜਥੇਬੰਦੀ ਨਹੀਂ ਹੈ ਉਹਦੀ। ਹਾਂ, ਮੀਡੀਆ ਨੇ ਉਹਨੂੰ ਬਹੁਤ ਬੜਾ, ਜਦੋਂ ਕੋਈ ਥੋੜ੍ਹੀ ਜਿਹੀ ਨੈਗੇਟਿਵ ਗੱਲ ਕਰਦਾ ਨਾ, ਉਹਨੂੰ ਇੱਦਾਂ ਮੀਡੀਆ ਚੱਕਦਾ, ਉਹਨੂੰ ਬਹੁਤ ਵੇਟੇਜ ਦਿੱਤਾ, ਔਰ ਉਹ ਜਿਵੇਂ ਸਾਡੇ ਸਿਰ 'ਤੇ ਬਿਠਾਉਣਾ ਹੁੰਦਾ ਇੱਦਾਂ। ਉਹਦੇ ਇਸ ਜਿਹੜਾ ਸਿਸਟਮ ਉਹਨੇ ਅਡਾਪਟ ਕੀਤਾ ਹੁਣ ਮਿਸ਼ਨ ਪੰਜਾਬ ਕਰਕੇ, ਉਹਦੇ ਹਰਿਆਣੇ ਦੀਆਂ 19 ਜਥੇਬੰਦੀਆਂ ਦਾ ਰੈਜ਼ੋਲੂਸ਼ਨ ਮੇਰੇ ਕੋਲ ਪਿਆ। ਉਹ ਸਾਨੂੰ ਕਹਿੰਦੇ ਨੇ ਵੀ ਇਹਨੂੰ ਅਲੱਗ ਕੱਢੋ, ਔਰ ਅਸੀਂ ਉਹਨੂੰ ਬੜੀ ਵਾਰੀ ਕਿਹਾ, ਉਹ ਕਹਿੰਦਾ ਮੈਂ ਤਾਂ ਕਰੂੰਗਾ। ਉਹਦੇ ਪਿੱਛੇ ਕੋਈ ਫੋਰਸ ਹੈ, ਕੋਈ ਵੀ ਹੋ ਸਕਦੀ ਹੈ, ਪਰ ਇੱਕ ਗੱਲ ਬੜੀ ਪੱਕੀ ਹੈ, ਇਹਦਾ ਕੋਈ ਜਵਾਬ ਨਹੀਂ ਕਿਸੇ ਕੋਲ। ਜੇ ਕੋਈ ਇੱਕ ਵੀ ਕਿਸਾਨ ਲੀਡਰ ਧੋਖਾ ਦੇਗਾ ਨਾ, ਉਹਦਾ ਰਹਿਣਾ ਕੱਖ ਨਹੀਂ। ਇੱਕ ਤਾਂ ਇਹ, ਕੋਈ ਕਿਸੇ ਦੀ ਜ਼ਰੂਰਤ ਨਹੀਂ
ਵੀ ਇਸ ਅੰਦੋਲਨ ਨੂੰ ਛੱਡ ਕੇ ਕਿਸੇ ਲਾਂਭੇ ਭੱਜ ਜਾਏ। ਕੋਈ ਮਾਰੀ ਜੇ ਟਪੂਸੀਆਂ, ਗੁਰਨਾਮ ਸਿੰਘ ਚੜੂਨੀ ਨਾਲ ਇੱਕ ਵੀ ਜਥੇਬੰਦੀ ਪੰਜਾਬ ਦੀ ਨਹੀਂ, ਹਰਿਆਣੇ ਦੀ ਨਹੀਂ, ਕਿਸੇ ਸਟੇਟ ਦੀ ਨਹੀਂ, ਉਹ ਕੱਲਾ ਹਵਾ 'ਚ ਤਲਵਾਰਾਂ ਮਾਰਦਾ ਫਿਰਦਾ ਹੈ। ਮੈਨੂੰ ਨਹੀਂ ਪਤਾ ਉਹਨੂੰ ਜਿਹਨੂੰ ਹਰਿਆਣੇ 'ਚ 2 ਵਾਰ ਇਲੈਕਸ਼ਨ ਹਾਰ ਚੁੱਕਾ, ਬੁਰੀ ਤਰ੍ਹਾਂ 1200 ਤੋਂ ਵੱਧ ਕਦੇ ਵੋਟ ਨਹੀਂ ਪਈ, ਉਹ ਹਰਿਆਣੇ 'ਚ ਪੰਜਾਬ ਮਿਸ਼ਨ ਦੇ ਵਿੱਚ ਕੀ ਕੱਢ ਲੇਗਾ। ਅੱਜ ਦੀ ਡੇਟ 'ਚ ਗੁਰਨਾਮ ਸਿੰਘ ਚੜੂਨੀ ਆਪਣੇ ਸੰਘਰਸ਼ ਦਾ ਹਿੱਸਾ ਹੈ ਕਿ ਨਹੀਂ ਹੈ? ਹੈ, ਅਸੀਂ ਨਹੀਂ ਕੱਢਦੇ। ਅਸੀਂ ਜੇ ਕੋਈ ਲੜ ਪੈਂਦਾ ਅਸੀਂ ਸਸਪੈਂਡ ਕਰ ਦਿੰਦੇ ਹਾਂ 10 ਦਿਨ ਵਾਸਤੇ, ਉਹ ਫੇਰ ਸਾਡਾ ਹਿੱਸਾ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਸੰਘਰਸ਼ ਦਾ ਹਿੱਸਾ ਨਹੀਂ। ਹਾਂ, ਉਹ ਕੁਰਾਹੇ ਪੈ ਗਿਆ, ਇਹ ਸਾਰੇ ਕਹਿੰਦੇ ਨੇ ਇਹਨੂੰ ਵੀ ਤੂੰ ਗਲਤ ਰਾਹ ਪਿਆ, ਤੇ ਉਹਨੂੰ ਪਤਾ ਨਹੀਂ ਉਹਦੇ ਪਿੱਛੇ ਕੀ ਪ੍ਰੈਸ਼ਰਸ ਹੋਣਗੇ, ਉਹਦੇ ਕਿਹੜੇ ਲੋਕ ਨੇ ਜਿਹੜੇ ਉਹਨੂੰ ਪਰੇਸ਼ਾਨ ਕਰਦੇ ਹੋਣਗੇ। ਬੜਾ ਕੁਝ ਹੁੰਦਾ। ਇੱਕ ਆਪਾਂ 26 ਜਨਵਰੀ ਦੀ ਗੱਲ ਕਰ ਰਹੇ ਸੀ ਕਿ 26 ਜਨਵਰੀ ਨੂੰ ਸਰਕਾਰ ਨੇ ਟਰੈਪ ਲਾਇਆ ਸੀ ਕਿਸਾਨਾਂ ਦਾ ਜੀ। ਉਹ ਸਾਰਾ ਕੁਝ ਸਰਕਾਰ ਨੇ ਪਲਾਨ ਢੰਗ ਨਾਲ ਕੀਤਾ ਸੀ। ਸਾਨੂੰ ਪਹਿਲਾਂ ਉਹਦੀ ਸੂਹ ਮਿਲ ਗਈ ਸੀ। ਅਸੀਂ 25 ਨੂੰ ਜਿਹੜੇ ਲੋਕ ਉੱਧਰ ਨੂੰ ਗਏ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਕਰੋ, ਪਰ ਉਹ ਮੰਨੇ ਨਹੀਂ। ਉਹਨਾਂ ਨੂੰ ਰਾਤ ਨੂੰ ਪੁਲਿਸ ਦੇ ਅਧਿਕਾਰੀ ਆ ਕੇ ਕਹਿੰਦੇ ਆ ਵੀ ਇਹਨਾਂ ਨੇ 10 ਵਜੇ ਤੁਰਨਾ ਹੈ, ਤੁਸੀਂ 7 ਵਜੇ ਤੁਰ ਪਓ। ਉਹ 8 ਵਜੇ ਤੱਕ ਲਾਲ ਕਿਲ੍ਹੇ 'ਤੇ ਪਹੁੰਚ ਗਏ। ਇਹ ਬੜੀ ਵੱਡੀ ਇੱਕ ਸਾਜ਼ਿਸ਼ ਸੀ। ਉਹ ਸੀ ਤਾਂ ਕੁਝ ਹੋਰ, ਕਮਿਊਨਲਾਈਜ਼ ਕਰਨ ਦੀ ਸਾਜ਼ਿਸ਼ ਸੀ ਮੂਵਮੈਂਟ ਨੂੰ, ਉਹ ਕਰ ਨਹੀਂ ਸਕੇ। ਔਰ ਫਿਰ ਮੈਂ ਇਸੇ ਕਰਕੇ ਕਹਿਣਾ ਵੀ ਕੁਦਰਤ ਦਾ ਹੱਥ ਹੈ ਇਹਦੇ ਪਿੱਛੇ। ਮੂਵਮੈਂਟ ਇੱਕਦਮ ਜਿਵੇਂ ਝਟਕਾ ਲੱਗਿਆ ਸੀ, ਬਹੁਤ ਵੱਡਾ ਸ਼ੌਕ ਸੀ ਸਾਡੇ ਲਈ, ਪਰ ਇੱਕਦਮ ਮੂਵਮੈਂਟ ਫਿਰ ਦੋ ਦਿਨਾਂ ਦੇ ਵਿੱਚ ਫਿਰ ਪੈਰਾਂ ਤੇ ਖੜੀ ਹੋ ਗਈ 2 ਦਿਨਾਂ 'ਚ ਫਿਰ ਉਸੇ ਮੋੜ 'ਚ ਆ ਗਈ ਸੀ। ਇਹਨੂੰ ਫਿਰ ਕੁਦਰਤ ਦੀ ਮਿਹਰ ਹੀ ਕਹੋਗੇ। ਆਪਾਂ ਥੋੜੀ ਜਿਹੀ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ। ਤੁਹਾਡਾ ਪਿੱਛੇ ਜੇ ਪਾਰਟੀਆਂ ਨਾਲ ਮੀਟਿੰਗ ਹੋਈ ਸੀ, ਕੁਝ ਦਿਨ ਪਹਿਲਾਂ ਹੀ ਹੋਈ ਸੀ। ਉਸ ਟਾਈਮ ਆਪਣੇ ਜਿਹੜੇ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਸੀਗੇ। ਅੱਜ ਪੰਜਾਬ ਦੀ ਸਿਆਸਤ 'ਚ ਫੇਰ ਬਦਲ ਹੋਇਆ। ਹੁਣ ਤੁਹਾਨੂੰ ਕਿੱਦਾਂ ਆਸ ਹੈ, ਜਿਹੜੇ ਨਵਾਂ ਮੁੱਖ ਮੰਤਰੀ ਜਿਹੜਾ ਆਪਣੇ ਚੰਨੀ ਆਏ ਆ, ਚਰਨਜੀਤ, ਕੀ ਆਸ ਰੱਖਦੇ ਉਹਨਾਂ ਦੀ? ਦੇਖੋ, ਕੋਈ ਆਸ ਨਹੀਂ। ਈਵਨ ਇੱਥੇ ਤੱਕ ਵੀ ਕੈਪਟਨ ਅਮਰਿੰਦਰ ਸਿੰਘ ਗੰਨੇ ਦਾ ਭਾਅ 360 ਰੁਪਏ ਐਲਾਨ ਕਰ ਗਏ, ਹਾਲੇ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਹੋਈ। ਮੁੱਖ ਮੰਤਰੀ ਬਦਲ ਗਿਆ, ਫਾਈਲ ਤਿਆਰ ਹੈ। ਜੇ ਉਹਨੇ ਨਹੀਂ, ਨਵੇਂ ਮੁੱਖ ਮੰਤਰੀ ਨੂੰ ਬਣੇ ਨੂੰ ਹਫਤਾ ਹੋ ਗਿਆ, ਐਡਾ ਵੱਡਾ ਫੈਸਲਾ ਹੈ, ਉਹਦੀ ਹਾਲੇ ਨੋਟੀਫਿਕੇਸ਼ਨ ਤੱਕ ਨਹੀਂ। ਕੀ ਕਰੂਗਾ ਹੋਰ? ਔਰ ਜਿਹੜੀ ਪਾਰਟੀ 'ਚ ਇੰਨਾ ਆਪੋ ਵਿੱਚ ਖਰੂਦ ਪਿਆ ਹੋਵੇ, ਔਰ ਮਨੋਮਨੀ, ਮਨ ਤਾਂ ਸਾਫ਼ ਨਹੀਂ ਹੁੰਦੇ ਛੇਤੀ, ਮਨੋਮਨੀ ਗਰੁੱਪ ਖੜੇ ਹੋ ਗਏ ਹੁਣ ਪਾਰਟੀ 'ਚ। ਹੁਣ ਉਹ 3 ਮਹੀਨੇ 'ਚ ਜਿਹਨੇ 4.5 ਸਾਲ, ਪੌਣੇ 5 ਸਾਲ ਦੇ ਵਿੱਚ ਨਹੀਂ ਕੁਝ ਕੀਤਾ, ਹੁਣ ਉਹ 3 ਮਹੀਨੇ ਵਿੱਚ ਕਿਹੜਾ ਜਾਦੂ ਦੀ ਛੜੀ ਆ ਕੁਝ ਕਰ ਦੇਣਗੇ, ਨੇਰੀ ਲਿਆ ਦੇਣਗੇ। ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਦੇਖਿਆ ਅੱਜ ਦੀ ਸਿਆਸਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕਦਮ ਫ੍ਰੀ ਹੋ ਕੇ ਬੈਠ ਗਏ ਆ। ਕੁਝ ਅਫਵਾਹਾਂ ਫੈਲ ਰਹੀਆਂ ਕਿ ਉਹ ਕਿਸਾਨਾਂ ਦੇ ਨਾਲ ਰਲ ਕੇ ਕੋਈ ਸੰਘਰਸ਼ ਦਾ ਹਿੱਸਾ ਬਣ ਰਹੇ, ਕੋਈ ਹੈਗੀ? ਮੈਂ ਸਮਝਦਾ ਕੋਈ ਸਾਡੇ ਵਿਰੋਧੀ ਨੇ ਜਾਂ ਮੂਰਖ ਲੋਕ ਨੇ ਇੰਨੇ ਸਾਲ ਪਰ ਚਲਾ ਕੇ ਅੰਦੋਲਨ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੜਨ ਦਿਆਂਗੇ ਇੱਥੇ ਸਾਡੇ ਵਿੱਚ? ਅਸੀਂ ਕਿਸੇ ਨੂੰ ਖੰਘਣ ਨਹੀਂ ਦਿੱਤਾ ਇੱਥੇ ਪੋਲੀਟੀਕਲ ਲੀਡਰ ਨੂੰ। ਤੇ ਇਹ ਜਿਹੜੇ ਲੋਕ ਸੋਚਦੇ ਨੇ, ਜਾਂ ਤਾਂ ਉਹਨਾਂ ਨੂੰ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ, ਜਾਂ ਇਹ ਪਰੇਸ਼ਾਨੀ ਛੱਡ ਦੇਣ। ਯਾਨੀ ਕਿ ਉਹ ਆਪਣੇ ਸੰਘਰਸ਼ ਦਾ ਕੋਈ ਹਿੱਸਾ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਡੇ ਲਈ ਸਾਰੇ ਇੱਕੋ ਜਿਹੇ ਨੇ। ਅਸੀਂ ਕਿਸੇ ਨਾਲ ਅਜੇ ਤੱਕ ਸਟੇਜ ਸ਼ੇਅਰ ਨਹੀਂ ਕੀਤੀ, ਅਸੀਂ ਨਾ ਸਟੇਜ ਸ਼ੇਅਰ ਕਰਾਂਗੇ। ਜੇ ਕੋਈ ਆਉਂਦਾ ਅਸੀਂ ਕਹਿੰਦੇ ਇੱਥੇ ਆ ਕੇ ਬਹਿ ਜਾ, ਔਰ ਫਿਰ ਲੋਕਾਂ ਦੇ ਮੂੰਹੋਂ ਸਿਰੋਂ ਲਏ ਆ। ਲੋਕੀ ਕਈ ਵਾਰੀ ਉਹਨਾਂ ਨੂੰ ਬੁਰਾ ਭਲਾ ਬੋਲ ਦਿੰਦੇ ਨੇ, ਸਾਨੂੰ ਮਹਿਸੂਸ ਹੁੰਦਾ। ਉਹ ਪਰ ਸਾਨੂੰ ਕਿਸੇ ਐਸ ਸਿਸਟਮ 'ਚ ਜਿਹੜੇ ਪੋਲੀਟੀਸ਼ੀਅਨ ਚੱਲ ਰਹੇ ਨੇ, ਸਾਨੂੰ ਉਮੀਦ ਕਿਸੇ ਤੋਂ ਨਹੀਂ। ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਸਾਨ ਹਮਾਇਤੀ ਹੋਣ ਦਾ ਬੜਾ ਸ਼ੋਰ ਸ਼ਾਹ ਕਰ ਰਹੀ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਅਸਲ ਗੱਲ ਇਹ ਹੈ, ਮੈਂ ਉਹਨਾਂ ਨੂੰ ਜਦੋਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਕੀਤੀ ਸੀ, ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਦੇਖੋ, ਇਹ ਅੰਦੋਲਨ ਲੋਕਾਂ ਦੇ ਚੁੱਲ੍ਹਿਆਂ ਤੱਕ ਪਹੁੰਚ ਗਿਆ, ਘਰ ਘਰ ਇਹਦੀ ਚਰਚਾ ਹੈ। ਲੋਕੀ ਮਾਨਸਿਕ ਤੌਰ ਤੇ ਇਸ ਅੰਦੋਲਨ ਨਾਲ ਜੁੜ ਗਏ। ਹਰ ਰੋਜ਼ ਚੱਕ ਕੇ ਅਖਬਾਰ ਪਹਿਲਾਂ ਦੇਖਣੇ ਅੰਦੋਲਨ ਦੀ ਕੋਈ ਖਬਰ ਹੈ। ਮੈਂ ਉਹਨਾਂ ਨੂੰ ਕਿਹਾ ਵੀ ਤੁਹਾਤੋਂ ਲੋਕ ਅੱਕੇ ਹੋਏ ਨੇ, ਲੋਕਾਂ ਨੂੰ ਉਹਨਾਂ ਦੀ ਮਾਨਸਿਕਤਾ ਤੋੜੋ ਨਾ, ਇਹ ਅੰਦੋਲਨ ਨਾਲ ਜੁੜੇ ਰਹਿਣ ਦਿਓ। ਔਰ ਪਿਛਲਾ ਇਤਿਹਾਸ ਹੈ ਵੀ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਉਹਦਾ ਇਲੈਕਸ਼ਨ ਲੜਨ ਵਾਸਤੇ ਤਰੀਕਾ ਕੰਪੇਨ ਦਾ 2 ਮਹੀਨੇ ਤੋਂ ਵੱਧ ਨਹੀਂ ਹੁੰਦਾ। ਬਹੁਤ ਵਾਰੀ ਅਸੀਂ ਸੁਣਦੇ ਰਹੇ ਹਾਂ ਕੈਂਡੀਡੇਟਾਂ ਤੋਂ, ਦੇਖੋ ਜੀ ਇਹ ਤਾਂ ਹੋਰ ਵੀ ਸਮਾਂ ਘਟਣਾ ਚਾਹੀਦਾ, 2 ਮਹੀਨੇ 'ਚ ਵੀ ਬੱਸ ਹੋ ਜਾਂਦੀ ਹੈ। ਪਰ ਐਤਕੀ ਖਰਚਾ ਵੀ ਹੋ ਜਾਂਦਾ, ਉੱਦਾਂ ਵੀ ਬੱਸ ਹੋ ਜਾਂਦੀ ਹੈ। ਤੇ ਇਸ ਵਾਰੀ ਕੀ ਹੋਇਆ ਵੀ 10 ਮਹੀਨੇ ਪਹਿਲਾਂ ਹੀ ਇਹ ਸਾਰੇ ਤੁਰ ਪਏ। ਤੇ ਅਸਲੀਅਤ ਇਹ ਸੀ ਵੀ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ, ਚਾਹੇ ਕਿਸੇ ਪਾਰਟੀ 'ਚ ਬੈਠੇ ਹੋਣ। ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ। ਪਾਰਟੀਆਂ ਆਪਣੀ ਜ਼ਮੀਨ ਲੱਭਣ ਵਾਸਤੇ ਭੱਜ ਤੁਰੀਆਂ, ਲੋਕਾਂ ਨੂੰ ਜਿਹੜਾ ਆਪਣਾ ਕੇਡਰ ਹੈ ਉਹਨੂੰ ਲੈ ਕੇ ਬਹਿਕਾਉਣ ਲੱਗ ਪਈਆਂ। ਲੋਕੀ ਵਿਰੋਧ ਕਰਨ ਲੱਗ ਪਏ, ਆਪਾਂ ਵਿਰੋਧ ਕਰਨ ਲੱਗ ਪਏ। ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਹਾਲੇ ਨਾ ਕਰੋ, ਸਾਡੀ ਰਾਏ ਹੈ, ਅੰਦੋਲਨ ਜਿੱਤ ਲੈਣ ਦਿਓ। ਜੇ ਤਾਂ ਤੁਹਾਨੂੰ ਅੰਦੋਲਨ ਨਾਲ ਪਿਆਰ ਹੈ, ਸਤਿਕਾਰ ਹੈ, ਤਾਂ ਤੁਸੀਂ ਫਿਲਹਾਲ ਇਹ ਬੰਦ ਕਰ ਦਿਓ। ਜਦੋਂ
ਇਲੈਕਸ਼ਨ ਡਿਕਲੇਅਰ ਹੋ ਜਾਏਗਾ, ਤੁਹਾਨੂੰ ਖੁੱਲੀ ਛੁੱਟੀ ਹੈ, ਜੋ ਮਰਜ਼ੀ ਪ੍ਰਚਾਰ ਕਰੇ, ਤੁਹਾਨੂੰ ਕੋਈ ਨਹੀਂ ਰੋਕਦਾ। ਅਸੀਂ ਫਿਰ ਵੀ ਕਿਹਾ ਵੀ ਕੋਈ ਸਮਾਜਿਕ ਫੰਕਸ਼ਨ ਨੇ, ਇਹ ਵੀ ਇੱਕ ਮਾੜਾ ਰਾਹ ਤੁਰ ਪਿਆ ਸੀ, ਕੋਈ ਕਿਸੇ ਦੇ ਭੋਗ ਤੇ ਜਾਣਾ, ਵਿਆਹ ਤੇ ਜਾਣਾ, ਉਹ ਵੀ ਘੇਰਨ ਲੱਗ ਪਏ ਸੀ। ਅਸੀਂ ਲੋਕਾਂ ਨੂੰ ਕਿਹਾ ਵੀ ਇਹ ਵੀ ਗਲਤ ਹੈ, ਇਹ ਸਮਾਜ ਦਾ ਇੱਕ ਵੱਡਾ ਅਹਿਮ ਹਿੱਸਾ ਨੇ, ਕੋਈ ਕਿਸੇ ਨੂੰ ਸਮਾਜਿਕ ਫੰਕਸ਼ਨਾਂ ਤੇ ਨਾ ਰੋਕੇ। ਅਸੀਂ ਉਹਨਾਂ ਨੂੰ ਕਿਹਾ ਵੀ ਕਰ ਲਓ। ਫਿਰ ਸਰਕਾਰ ਵਾਲਿਆਂ ਨੇ ਕਿਹਾ ਵੀ ਜੀ ਸਾਡੀ ਸਰਕਾਰ ਹੈ, ਅਸੀਂ ਕਿਤੇ ਪਿੰਡ ਨੂੰ ਗ੍ਰਾਂਟ ਦੇਣੀ ਹੈ, ਅਸੀਂ ਕਿਤੇ ਪਿੰਡ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਕਰਨਾ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਬੰਦੇ ਨਹੀਂ ਇਕੱਠੇ ਕਰੋਗੇ ਵੱਧ, ਤੁਸੀਂ 50 ਕੁ ਬੰਦਿਆਂ ਦਾ ਵੱਧ ਤੋਂ ਵੱਧ ਇਕੱਠ ਕਰਕੇ ਉਹ ਜਿਹੜਾ ਚੈੱਕ ਦੇਣਾ ਦੇ ਕੇ ਆ ਜਾਓ, ਤੁਸੀਂ ਰੈਲੀ ਨਹੀਂ ਕੋਈ ਕਰੋਗੇ। ਹੁਣ ਇਹਨਾਂ ਦੇ ਆਪਸੀ ਮਤਭੇਦ ਨੇ, ਉਹ ਅੰਦੋਲਨ ਨਾਲ ਜੋੜ ਕੇ ਕੋਈ ਸਾਡੇ ਤੇ ਚਿੱਕੜ ਸਿੱਟੀ ਜਾਂਦਾ, ਕੋਈ ਕਿਸੇ ਨੂੰ ਬੁਰਾ ਭਲਾ ਬੋਲੀ ਜਾਂਦਾ। ਸਾਡੀ ਤਾਂ ਪਾਲਿਸੀ ਨਹੀਂ ਹੈ ਹਿੰਸਾ ਦੀ, ਅਸੀਂ ਤਾਂ ਸ਼ੁਰੂ ਤੋਂ ਇੱਕੋ ਗੱਲ ਤੇ ਤਾਂ ਬਚੇ ਹੋਏ ਹਾਂ। ਮੈਂ ਜਦੋਂ ਕਹਿਣਾ ਵੀ ਜੇ ਸ਼ਾਂਤਮਈ ਰਹੋਗੇ ਤਾਂ ਤੁਸੀਂ ਜਿੱਤੋਗੇ, ਜੇ ਹਿੰਸਕ ਹੋਏਗਾ ਤਾਂ ਮੋਦੀ ਜਿੱਤੇਗਾ। ਇਹਦੇ ਤੇ ਲੋਕਾਂ ਨੂੰ ਇਹ ਗੱਲ ਪੱਲੇ ਬੰਨ ਲਈ ਲੋਕਾਂ ਨੇ, ਤੇ ਇਹਦਾ ਹੀ ਨਤੀਜਾ ਹੈ ਵੀ ਇਹ ਪੀਸਫੁਲ ਰਿਹਾ। ਤੇ ਐਡੇ ਪੀਸਫੁਲ ਅੰਦੋਲਨ ਵਿੱਚ ਜੇ ਫਿਰ ਇਹ ਪੋਲੀਟੀਕਲ ਪਾਰਟੀਆਂ ਇਲਜ਼ਾਮ ਲਾਈ ਜਾਣ, ਫਿਰ ਮੈਂ ਤਾਂ ਸਮਝਦਾ ਆਪਣੇ ਦਿਮਾਗ ਦਾ ਦਿਵਾਲਾ ਕੱਢ ਰਹੀਆਂ। ਆਪਾਂ ਇਹ ਗੱਲ ਥੋੜੀ ਜਿਹੀ ਹੋਰ ਕਲੀਅਰ ਕਰ ਲਈ, ਜਿੱਦਾਂ ਤੁਸੀਂ ਉਹ ਗੱਲ ਕੀਤੀ, ਜਿਹੜੇ ਹਿਸਾਬ ਨਾਲ ਪਿਛਲੇ ਕੁਝ ਸਮੇਂ ਤੋਂ ਪਿੰਡਾਂ ਦੇ ਵਿੱਚ ਹਰੇਕ ਦਾ ਬਾਈਕਾਟ, ਹਰੇਕ ਦਾ ਜਿਹੜਾ ਵਿਰੋਧ ਹੋਣ ਲੱਗ ਗਿਆ ਸੀਗਾ, ਇਸ ਸੰਬੰਧੀ ਤੁਸੀਂ ਦੋ ਕੁ ਗੱਲਾਂ ਸਪਸ਼ਟ ਕਰ ਦਿਓ, ਕਿਹਦਾ ਵਿਰੋਧ ਕਰਨਾ, ਕਿਹਦਾ ਨਹੀਂ ਕਰਨਾ। ਦੇਖੋ, ਅਸੀਂ ਫੈਸਲਾ ਪੱਕੇ ਤੌਰ ਤੇ ਕੀਤਾ ਹੈ ਬੀਜੇਪੀ ਦੇ ਵਿਰੋਧ ਦਾ, ਬਾਕੀ ਪਾਰਟੀਆਂ ਦੇ ਵਿਰੋਧ ਦਾ ਸਾਡਾ ਕੋਈ ਫੈਸਲਾ ਨਹੀਂ। ਹਾਂ, ਪਰ ਇਹ ਜ਼ਰੂਰ ਹੈ ਵੀ ਲੋਕੀ ਗੁੱਸੇ 'ਚ ਨੇ ਪੋਲੀਟੀਕਲ ਪਾਰਟੀਆਂ ਤੋਂ। ਆਪਣੇ ਆਪ ਜਿਹੜਾ ਬਹੁਤਾ ਵਿਰੋਧੀ ਹੈ ਕਾਂਗਰਸ ਦਾ, ਉਹ ਅਕਾਲੀ ਹੋਊਗਾ। ਉਹ ਅਕਾਲੀ ਉੱਥੇ 4 ਬੰਦਿਆਂ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਕੋਈ ਆਪਣਾ ਪ੍ਰੋਗਰਾਮ ਉਲੀਕ ਲੈਂਦਾ, ਉਹਨਾਂ ਨੂੰ ਘੇਰਨ ਲੱਗ ਹੁੰਦਾ। ਜੇ ਜਿਹੜਾ ਕੋਈ ਬਹੁਤਾ ਵਿਰੋਧੀ ਅਕਾਲੀ ਹੁੰਦਾ, ਉੱਥੇ ਕਾਂਗਰਸੀ ਹੋਊਗਾ। ਕਾਂਗਰਸੀ ਆਪਣੇ ਬੰਦੇ ਲੈ ਕੇ ਉਹ 9 ਲਾਈ ਜਾਂਦੇ ਨੇ ਕਿਸਾਨ ਜਥੇਬੰਦੀਆਂ ਦੇ, ਔਰ ਪਤਾ ਨਹੀਂ ਉਹਨਾਂ ਦੇ ਅੰਦਰ ਕਿੰਨੀ ਕੁ ਮੈਲ ਹੈ ਇਸ ਅੰਦੋਲਨ ਲਈ। ਉਹ ਕਿਸਾਨ ਜਥੇਬੰਦੀ ਨੂੰ ਨਿੰਦਦੇ ਹੀ ਨਹੀਂ ਸਕਦੇ, ਅੰਦੋਲਨ ਨੂੰ ਨੌ ਅੰਦੋਲਨ ਦਾ ਨਹੀਂ ਲੈਂਦੇ, ਪਰ ਢਾਹ ਅੰਦੋਲਨ ਨੂੰ ਲਾ ਰਹੇ ਨੇ। ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਜਨਤਾ ਨੂੰ, ਜਿਹੜੀ ਆਪਣੇ ਪੰਜਾਬ ਦੀ, ਕਿਹਦਾ ਵਿਰੋਧ ਕਰਨਾ, ਕਿਹਦਾ ਨਹੀਂ ਕਰਨਾ? ਦੇਖੋ ਜੀ, ਅਸੀਂ ਤਾਂ ਬੜਾ ਸਪਸ਼ਟ ਹਾਂ, ਔਰ ਬਹੁਤ ਵਾਰੀ ਕਿਹਾ ਬਈ ਬੀਜੇਪੀ ਵਾਲਿਆਂ ਦਾ ਡਟ ਕੇ ਕਰੋ ਵਿਰੋਧ, ਬਾਕੀ ਪਾਰਟੀਆਂ ਦਾ ਅਸੀਂ ਵਿਰੋਧ ਨਹੀਂ ਕਰਦੇ। ਉਹਨਾਂ ਨੂੰ ਅਪੀਲ ਕੀਤੀ ਹੈ, ਅਪੀਲ ਬਈ ਤੁਸੀਂ ਫਿਲਹਾਲ ਰੈਲੀਆਂ ਤੋਂ ਅਵੋਇਡ ਕਰੋ, ਸਾਨੂੰ ਅੰਦੋਲਨ ਜਿੱਤ ਲੈਣ ਦਿਓ। ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਅੰਦੋਲਨ ਦੇ ਨਾਲ, ਉਹਨਾਂ ਨੂੰ ਤਾਂ ਆਪਣੀ ਪੋਲੀਟੀਕਲ ਖੇਡ ਨਾਲ ਜ਼ਿਆਦਾ ਪਿਆਰ ਹੈ। ਉਹ ਫਿਰ ਸਾਨੂੰ ਗਾਲਾਂ ਤਾਂ ਕੱਢ ਸਕਦੇ ਆ, ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਹੋਇਆ, ਉਹ ਗਾਲਾਂ ਤਾਂ ਕੱਢਦੇ ਆ, ਸਾਨੂੰ ਬੜਾ ਕੁਝ ਸੁਣਨਾ ਪੈਂਦਾ, ਬੜਾ ਜਿਹੜੇ ਬੜੇ ਬੀਬੀਆਂ ਦਾੜੀਆਂ ਵਾਲੇ ਸਾਡੇ ਤੇ ਸਵਾਲ ਕਰਦੇ ਆ ਨਾ, ਉਹਨਾਂ ਦੇ ਆਪਣੇ ਅੰਦਰ ਝਾਤ ਨਹੀਂ ਮਾਰਦੇ। ਉਹ ਉਹਨਾਂ ਨੇ ਖੁਦ ਕੀ ਕੀਤਾ, ਉਹਨਾਂ ਦਾ ਕਿਰਦਾਰ ਕੀ ਹੈ। ਹਾਂ, ਰਾਜੇਵਾਲ ਨੂੰ ਗਾਲਾਂ ਕੱਢਣਗੇ ਤਾਂ ਕਿ ਅੰਦੋਲਨ ਕਮਜ਼ੋਰ ਹੋਏ, ਕਿਉਂਕਿ ਰਾਜੇਵਾਲ ਇਸ ਅੰਦੋਲਨ ਦੇ ਵਿੱਚ ਸਾਰੇ ਸਤਿਕਾਰ ਕਰਦੇ ਨੇ, ਉਹਨਾਂ ਨੂੰ ਲੱਗਦਾ ਵੀ ਇਹ ਹੈੱਡ ਹੈ, ਤੇ ਇਹਨੂੰ ਕਮਜ਼ੋਰ ਕਰ ਦਿਓ, ਅੰਦੋਲਨ ਆਪੇ ਕਮਜ਼ੋਰ ਹੋ ਜੂ। ਇਸ ਕਰਕੇ ਟਾਰਗੇਟ ਆ ਮੈਂ ਉਹਨਾਂ ਪੋਲੀਟੀਕਲ ਲੋਕਾਂ ਦਾ। ਉਹਨਾਂ ਦੇ IT ਸੈੱਲ ਬੜਾ ਵਾਹੀਆਤ ਪ੍ਰਚਾਰ ਕਰਦੇ ਨੇ ਮੇਰੇ ਖਿਲਾਫ, ਔਰ ਉਹ ਤੋਂ ਸਿੱਧ ਹੋ ਜਾਂਦਾ ਹੈ ਵੀ ਜਿਹੜੇ ਲੋਕਾਂ ਨੇ ਬੱਜਰ ਪਾਪ ਕੀਤੇ ਹੋਏ ਨੇ, ਉਹ ਛੋਟੀਆਂ ਛੋਟੀਆਂ ਗੱਲਾਂ ਜਾਂ ਕੋਈ ਇੱਕ ਗਲਤੀ ਕੋਈ ਹੋ ਗਈ, ਉਹਨੂੰ ਫੜ ਕੇ ਨਾ ਇੰਨਾ ਪ੍ਰਚਾਰ ਕਰਦੇ ਨੇ ਵੀ ਰਾਜੇਵਾਲ ਤਾਂ ਬੜਾ ਮਾੜਾ ਆਦਮੀ ਹੈ ਜੀ, ਉਹਦੇ ਹੱਥ 'ਚ ਅੰਦੋਲਨ ਆ ਗਿਆ, ਉਹ ਤਾਂ ਪਤਾ ਨਹੀਂ ਕੀ ਕਰ ਦੂ। ਆਪ ਪੂਣੀ ਨਹੀਂ ਕੱਤੀ ਹੁਣ ਸਹੀ, ਇੱਕ ਦਿਨ ਆ ਕੇ ਅੰਦੋਲਨ ਦੇ ਵਿੱਚ ਫਿਰ ਕਲੇਮ ਇਹ ਵੀ ਕਰਨਗੇ ਵੀ ਸਾਡੇ ਬੰਦੇ ਬੈਠੇ ਆ ਉੱਥੇ। ਬੰਦੇ ਤਾਂ ਪੰਜਾਬ ਦੇ ਬੈਠੇ ਆ। ਅੱਜ ਹਾਲਤ ਇਹ ਹੈ, ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਹੋਏ ਵੀ ਸੀ, ਉਹ ਵੀ ਪਾਰਟੀਆਂ ਨੂੰ ਇਹਨਾਂ ਦੇ ਐਕਸ਼ਨਸ ਤੋਂ ਪਿੱਛੇ ਹਟ ਰਹੇ ਆ। ਜਿਹੜੀ ਸੋਨੇ ਅਕਾਲੀ ਦਲ ਨੇ ਹੁਣ ਕੁਝ ਦਿਨ ਪਹਿਲਾਂ ਰੈਲੀ ਕਰਕੇ ਕਿਸਾਨ ਹਮਾਇਤੀ ਹੋਣ ਦਾ ਕੀਤਾ ਸੀਗਾ, ਤੇ ਤੁਸੀਂ ਇਸ ਸੰਬੰਧੀ ਕੀ ਕਹਿੰਦੇ ਪਏ? ਮੈਂ ਅੱਜ ਕੱਲ੍ਹ ਬੋਲਣਾ ਬੰਦ ਕਰਤਾ। ਮੈਂ ਸਿਰਫ ਸਾਨੂੰ ਇੱਕ ਕਸ਼ਟ ਸੀ ਬਈ ਇੱਥੇ ਜੇ ਕੁਝ ਹੋਇਆ ਸਾਡੇ ਵਿੱਚ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਇੱਥੇ ਸਰਕਾਰ ਦੀਆਂ ਏਜੰਸੀਆਂ ਬੈਠੀਆਂ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਇੱਥੇ ਜਿਹੜੇ ਗਰਮ ਖਿਆਲੀ ਨੇ ਉਹ ਵੀ ਬੈਠੇ ਨੇ, ਹਰ ਤਰ੍ਹਾਂ ਦੇ ਬੰਦੇ ਬੈਠੇ ਨੇ ਟੈਂਟ ਲਾਈ। ਇਹ ਇੱਕ ਮਾਸ ਮੂਵਮੈਂਟ ਹੈ, ਇਹਦੇ ਵਿੱਚੋਂ ਅਸੀਂ ਕਿਸੇ ਨੂੰ ਧੱਕੇ ਨਾਲ ਤਾਂ ਕੱਢ ਨਹੀਂ ਸਕਦੇ ਜਾਂ ਭੱਜਾ ਇੱਥੋਂ। ਨਾ ਸਾਡੇ ਕੋਲ ਕੋਈ ਐਸੀ ਪਾਵਰ ਹੈ ਜਿਹਦੇ ਨਾਲ ਅਸੀਂ ਫੜ ਕੇ ਬੰਦੇ ਨੂੰ ਅੰਦਰ ਦੇ ਦਾਂਗੇ। ਤੋ ਇਹ ਜਿਹੜੇ ਲੋਕ ਨੇ ਨਾ, ਇਹ ਅਸਲ ਹਿੱਟ ਕਰਨਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ। ਉਹਨਾਂ ਨੇ ਜੋ ਕੁਝ ਹੋਇਆ, ਚਾਹੀਦਾ ਇਹ ਸੀ ਵੀ ਸਾਨੂੰ ਉਹ ਜੇ ਆਪਣੇ ਸਮਝਦੇ ਹੁੰਦੇ ਜਾਂ ਅੰਦੋਲਨ ਨਾਲ ਹਮਦਰਦੀ ਹੁੰਦੀ, ਫਿਰ ਉਹ ਸਾਡੇ ਨਾਲ ਪਹਿਲਾਂ ਗੱਲ ਕਰਕੇ ਫਿਰ ਉਹ ਜੇ ਅਸੀਂ ਸੈਟੀਸਫਾਈ ਨਾ ਕਰਾਉਂਦੇ, ਫਿਰ ਉਹ ਮੀਡੀਆ ਜਾਂਦੇ, ਉਹਨਾਂ ਦਾ ਹੱਕ ਬਣਦਾ ਸੀ। ਪਰ ਹੋਇਆ ਕੀ ਵੀ ਉਹਨਾਂ ਨੇ ਸਾਨੂੰ ਤਾਂ ਪੁੱਛਿਆ ਨਹੀਂ। ਅਸੀਂ ਜਦ ਕਿ 17 ਤਰੀਕ ਨੂੰ ਇੱਥੇ ਆਏ ਨੇ, ਅਸੀਂ 18 ਤਰੀਕ ਨੂੰ ਹੀ ਮੀਟਿੰਗ ਸੱਦ ਕੇ ਪੂਰੀ ਡਿਟੇਲ 'ਚ 5-6 ਘੰਟੇ 'ਚ ਅਸੀਂ ਬਹਿਸ ਕੀਤੀ। ਬੰਦੇ
ਪਤਾ ਕੀਤੇ ਕੌਣ ਨੇ, ਉਹਨਾਂ ਨੂੰ ਘੂਰਿਆ ਵੀ, ਕਈ ਕੁਝ ਕਿਹਾ ਜਿਹੜਾ ਸਾਡੇ ਅਧਿਕਾਰ 'ਚ ਸੀ, ਜਿੰਨਾ ਉਹਨਾਂ ਕੁ ਅਸੀਂ ਉੱਥੇ ਕੀਤਾ। ਪਰ ਇਹਨਾਂ ਨੇ ਭਲੇ ਮਾਨਸਾਂ ਨੇ ਦੇਖਿਆ ਵੀ ਹੁਣ ਅੱਜ ਮੌਕਾ ਹੈ, ਅੱਜ ਅੰਦੋਲਨ ਨੂੰ ਸੱਟ ਮਾਰੋ, ਅੰਦੋਲਨ ਫੇਲ ਹੋਊ। ਅੰਦੋਲਨ 'ਚ ਪਤਾ ਨਹੀਂ ਆਪਸ ਵਿੱਚ ਇਹਨਾਂ 'ਚ ਕੋਈ ਫੁੱਟ ਪੈ ਜੂ, ਕੁਛ ਹੋ ਜੂ। ਉੱਥੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਬਾਕੀ ਜਥੇਬੰਦੀਆਂ ਦੇ ਪ੍ਰਧਾਨਾਂ ਵੱਲੋਂ ਵੀ ਇਹ ਤਾਂ ਹਮਲਾ ਕੀਤਾ ਸਾਡੇ ਅੰਦੋਲਨ ਦੇ ਉੱਤੇ, ਇਹਦਾ ਜਵਾਬ ਦੇਣਾ ਚਾਹੀਦਾ। ਅਸੀਂ ਜਵਾਬ ਕੀ ਦਿੱਤਾ ਉਹਨਾਂ ਨੂੰ? ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਲਾਹ ਦਿੱਤੀ ਜਿਹੜੀ ਗਰਾਊਂਡ ਰਿਐਲਿਟੀ ਹੈ, ਉਹ ਸੁਣਨ ਨੂੰ ਤਿਆਰ ਨਹੀਂ। ਉਹਨਾਂ ਨੂੰ ਲੱਗਦਾ ਸਾਡੇ ਵਿਰੁੱਧ ਹੈ, ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੋ, ਲੋਕੀ ਤੁਹਾਨੂੰ ਕਿਉਂ ਇੰਨੀ ਨਫ਼ਰਤ ਕਰਨ ਲੱਗ ਪਏ, ਕਿਉਂ ਲੋਕੀ ਤੁਹਾਡੇ ਇੰਨੇ ਖਿਲਾਫ ਨੇ? ਕਿਉਂਕਿ ਅਕਾਲੀ ਦਲ ਸੀ, ਅਕਾਲੀ ਦਲ ਵਾਲਿਆਂ ਨੂੰ ਅਸੀਂ ਕਿਹਾ ਵੀ ਲੋਕੀ ਤੁਹਾਡੇ ਇਹ ਆਸ ਰੱਖਦੇ ਨੇ ਵੀ ਸਾਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਤੁਸੀਂ ਚੁੱਪ ਕਿਉਂ ਰਹੇ, ਉਹ ਤੁਹਾਡੇ ਵੇਲੇ ਕਿਉਂ ਹੋਈ? ਉਹ ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਗਏ, ਉਹ ਤਾਂ ਤੁਹਾਨੂੰ ਦਿੰਦੇ ਨਹੀਂ, ਸਾਡੇ ਤੇ ਅਟੈਕ ਕਰਦੇ ਹੋ। ਔਰ ਫਿਰ ਵੀ ਇਹ ਤੋਂ ਬਿਨਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਜਿਹੜੇ ਇੱਕ ਤਾਂ ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਜੀ ਬਾਲ ਬੇਅਦਬੀ ਕੀਤੀ, ਸਾਡਾ ਕੋਈ ਮਨਸ਼ਾ ਨਹੀਂ, ਨਾ ਅੱਜ ਤੱਕ ਇਹੋ ਜਿਹੀ ਕੋਈ ਗੱਲ ਹੋਈ ਵੀ ਤੁਸੀਂ ਇਹਦੀ ਬਜਾਏ ਪਹਿਲਾਂ ਤਾਂ ਆਪਣੇ ਅੰਦਰ ਝਾਤੀ ਮਾਰੋ, ਇੱਕ ਗੱਲ। ਦੂਸਰਾ ਅਸੀਂ ਕਿਹਾ ਵੀ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਤੁਹਾਡੇ ਕੀ ਸੰਬੰਧ ਨੇ ਸੱਚੇ ਸੌਦੇ ਡੇਰੇ ਦੇ ਨਾਲ, ਦੱਸੋ ਲੋਕਾਂ ਨੂੰ। ਲੋਕੀ ਇਹ ਵੀ ਜਾਣਨਾ ਚਾਹੁੰਦੇ ਨੇ, ਤੁਸੀਂ ਕਹਿੰਦੇ ਹੋ ਵੀ ਅਸੀਂ ਜਿਹੜੇ ਕਾਨੂੰਨ ਬਣੇ ਅਸੀਂ ਇਹਨਾਂ ਦਾ ਵਿਰੋਧ ਕੀਤਾ ਔਰ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਕੇ ਬਾਹਰ ਆ ਗਈ। ਅਸੀਂ ਕਹਿੰਦੇ ਬਿਲਕੁਲ ਠੀਕ ਹੈ, ਪਰ ਨਾਲ ਗਰਾਊਂਡ ਰਿਐਲਿਟੀ ਜਿਹੜੀ ਲੋਕਾਂ ਕੋਲ ਚਲੀ ਗਈ ਉਹਨੂੰ ਸਾਬਤ ਕਰੋ। ਤਾਂ ਲੋਕੀ ਤੋਂ ਪੁੱਛਦੇ ਨੇ, ਅਕਸਰ ਮਿਨਿਸਟਰ ਸੀ ਬੀਬਾ ਹਰਸਿਮਰਤ ਕੌਰ ਬਾਦਲ, ਇਸ ਦੇਸ਼ ਦਾ ਇੱਕ ਸਿਸਟਮ ਹੈ, ਜੇ ਕੋਈ ਕੈਬਨਿਟ ਦੇ ਵਿੱਚ ਮਸਲਾ ਜਾਂਦਾ ਹੈ ਤਾਂ ਪਹਿਲਾਂ ਉਹਦਾ ਏਜੰਡਾ, ਉਹ ਕਾਗਜ਼ ਪੱਤਰ ਸਾਰੇ ਹਰੇਕ ਮਿਨਿਸਟਰ ਨੂੰ 10 ਦਿਨ 15 ਦਿਨ ਪਹਿਲਾਂ ਦਿੱਤੇ ਜਾਂਦੇ ਨੇ ਵੀ ਪੜ੍ਹ ਕੇ ਮੀਟਿੰਗ 'ਚ ਆਵੇ। ਫਿਰ ਉੱਥੇ ਜੇ ਕੋਈ ਇਤਰਾਜ਼ ਹੈ ਉਹ ਕਰੇ। ਬੀਬੀ ਹਰਸਿਮਰਤ ਕੋਲ ਵੀ ਗਏ ਹੋਣਗੇ, ਫਿਰ ਉਹ ਕਹਿੰਦੇ ਨੇ ਅਸੀਂ ਵਿਰੋਧ ਕੀਤਾ। ਅਸੀਂ ਕਹਿੰਦੇ ਠੀਕ ਹੈ ਕੀਤਾ ਹੋ, ਪਰ ਉਹ ਮੀਟਿੰਗ ਐਡੀ ਇੰਪੋਰਟੈਂਟ ਮੀਟਿੰਗ ਹੈ ਜਿਹਦੇ ਮਿੰਟਸ ਜਿਹੜੇ ਨੇ ਦਰਜ ਹੁੰਦੇ ਨੇ, ਕੀ ਕੁਝ ਬੋਲਿਆ ਸਾਰਾ ਰਿਕਾਰਡ ਤੇ ਹੁੰਦਾ। ਤੁਸੀਂ ਲੋਕਾਂ ਨੂੰ ਦਿਖਾ ਦਿਓ ਵੀ ਬੀਬਾ ਹਰਸਿਮਰਤ ਨੇ ਔਨ ਰਿਕਾਰਡ ਕਿਹਾ ਇਹਨਾਂ ਦਾ ਵਿਰੋਧ ਕੀਤਾ। ਪਰ ਜਦੋਂ ਲੋਕਾਂ ਨੂੰ ਬਾਅਦ ਵਿੱਚ ਜਿਹੜੀਆਂ ਵੀਡੀਓਜ਼ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ ਵੀ ਹਰਸਿਮਰਤ ਕੌਰ ਜੀ ਵਕਾਲਤ ਕਰਦੇ ਨੇ ਵੀ ਕਾਨੂੰਨ ਬਹੁਤ ਵਧੀਆ ਨੇ, ਭਾਵੇਂ ਛੱਡਤੀ ਸਰਕਾਰ ਪਰ ਕਾਨੂੰਨ ਬਹੁਤ ਵਧੀਆ ਹੈ, ਵੱਡੇ ਬਾਦਲ ਸਾਹਿਬ ਕਹਿੰਦੇ ਨੇ ਵੀ ਕਾਨੂੰਨ ਬਹੁਤ ਵਧੀਆ ਹੈ, ਤੇ ਸੁਖਬੀਰ ਬਾਦਲ ਕਹਿੰਦਾ ਕਾਨੂੰਨ ਬਹੁਤ ਵਧੀਆ ਹੈ, ਜਦ ਤੁਹਾਡੀਆਂ ਅਲੱਗ-ਅਲੱਗ ਵੀਡੀਓਜ਼ ਆਉਂਦੀਆਂ ਲੋਕੀ ਕਿਵੇਂ ਮੰਨਣ? ਲੋਕਾਂ ਨੂੰ ਤੁਸੀਂ ਇਸ ਗੱਲ ਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ, ਲੋਕੀ ਸ਼ਾਂਤ ਹੋ ਜਾਣਗੇ, ਲੋਕੀ ਫਿਰ ਤੁਹਾਡੇ ਨਾਲ ਹੋ ਜਾਣਗੇ। ਉਹਨਾਂ ਨੂੰ ਇੰਨਾ ਚੁੱਭ ਗਿਆ, ਮੈਨੂੰ ਤਾਂ ਅਫਸੋਸ ਹੈ। ਮੈਂ ਫਿਰ ਇਹ ਮਿਥ ਲਿਆ ਵੀ ਹਰੇਕ ਦਾ ਆਪੋ ਆਪਣਾ ਸੋਚਣ ਦਾ ਢੰਗ ਹੈ, ਬੜੇ ਲੋਕ ਨੇ, ਇਹਨਾਂ ਦਾ ਦਿਮਾਗ ਵੱਡਾ ਹੋ, ਮੇਰਾ ਦਿਮਾਗ ਛੋਟਾ ਹੈ, ਮੈਨੂੰ ਚੁੱਪ ਕਰ ਜਾਣਾ ਚੰਗਾ ਹੈ। ਇਹ ਜੇ ਗਾਲਾਂ ਕੱਢਦੇ ਨੇ, ਇਹਨਾਂ ਨੂੰ ਜੋ ਸੰਸਕਾਰ ਇਹਨਾਂ ਦੇ ਪੇਰੈਂਟਸ ਨੇ ਦਿੱਤੇ ਨੇ ਉਹਨਾਂ ਸੰਸਕਾਰਾਂ ਦੇ ਤਹਿਤ ਕੱਢੀ ਜਾਂਦੇ ਨੇ ਗਾਲਾਂ, ਤੇ ਮੈਨੂੰ ਸੁਣ ਲੈਣੀਆਂ ਚਾਹੀਦੀਆਂ, ਮੈਂ ਗਾਲ ਨਹੀਂ ਕੱਢਣੀ। ਤੋ ਇਹਨਾਂ ਨੇ ਆਪਣਾ IT ਸੈੱਲ ਸਪੈਸ਼ਲ ਵਿੰਗੀਆਂ ਟੇਡੀਆਂ ਪੋਸਟਾਂ ਪਾਉਣ ਵਾਸਤੇ ਮੇਰੇ ਮਗਰ ਲਾਇਆ। ਮੈਂ ਇੱਕ ਕੰਨ ਸੁਣਦਾ, ਦੂਜੇ ਕੰਨ ਕੱਢ ਦਿੰਦਾ। ਮੈਨੂੰ ਇਹ ਲੱਗਦਾ ਵੀ ਕੋਈ ਨਹੀਂ, ਇਹਨਾਂ ਦਾ ਮੈਂਟਲ ਬੈਲੈਂਸ ਹਿੱਲਿਆ ਵਿਚਾਰਿਆਂ ਦਾ, ਕੋਈ ਨਹੀਂ, ਇਹਨਾਂ ਨੂੰ ਹਰਟ ਹੋਏ ਨੇ, ਕੱਢ ਲੈਣ ਦਿਓ ਗਾਲਾਂ, ਜੋ ਮਰਜ਼ੀ ਜੀ ਕਰੇ ਕਰਨ, ਮੈਂ ਕੁਛ ਨਹੀਂ ਜਵਾਬ ਦਿੰਦਾ ਇਹਨਾਂ ਦਾ। ਅੱਜ ਕੱਲ੍ਹ ਤਾਂ ਬਿਲਕੁਲ ਆ, ਤੁਸੀਂ ਸਵਾਲ ਕਰਤਾ ਮੈਂ ਜਵਾਬ ਦੇ ਦਿੱਤਾ, ਔਰ ਮੈਂ ਅੱਗੇ ਤੇ ਤੁਹਾਨੂੰ ਕਿਸੇ ਵੀ ਇਹੋ ਜਿਹੇ ਸਵਾਲ ਦਾ ਜਵਾਬ ਨਹੀਂ ਦਿਆਂਗਾ। ਚਲੋ ਆਪਾਂ ਇਹ ਗੱਲ ਨੂੰ ਛੱਡ ਦਿੱਤੇ, ਆਪਾਂ ਹੁਣ ਗੱਲ ਕਰਦੇ 27 ਤਰੀਕ ਦੀ। 27 ਤਰੀਕ ਨੂੰ ਭਾਰਤ ਬੰਦ ਹੋਣ ਦਾ ਸੱਦਾ ਦਿੱਤਾ, ਇਹ ਕਿਹੜਾ ਕਾਰਨਾਂ ਕਰਕੇ ਆਪਾਂ ਕੀ ਕਹਿ ਰਹੇ? ਦੇਖੋ, ਅਸੀਂ ਆਪਣਾ ਕੇਸ ਠੀਕ ਸਿੱਧ ਕਰ ਚੁੱਕੇ, ਸਰਕਾਰ ਕੋਲ ਕੋਈ ਜਵਾਬ ਨਹੀਂ, ਤੇ ਫਿਰ ਸਰਕਾਰ ਨੂੰ, ਜੇ ਲੋਕਾਂ ਦੀ ਸਰਕਾਰ ਹੈ, ਲੋਕਾਂ ਦੀ ਗੱਲ ਮੰਨਣੀ ਚਾਹੀਦੀ ਹੈ। ਸਰਕਾਰਾਂ ਦਾ ਆਪਣਾ ਕੋਈ ਪ੍ਰੈਸਟੀਜ ਨਹੀਂ ਹੁੰਦਾ, ਲੋਕਾਂ ਦੀ ਗੱਲ। ਹੁਣ ਕੱਲ ਪ੍ਰਧਾਨ ਮੰਤਰੀ ਅਮਰੀਕਾ 'ਚ ਗਏ ਨੇ, ਵਾਸ਼ਿੰਗਟਨ 'ਚ, ਉੱਥੇ ਦੇ ਜਿਹੜੇ ਰਾਸ਼ਟਰਪਤੀ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਵੀ ਹਿੰਦੁਸਤਾਨ ਵਿੱਚ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈ ਉਹ ਲੋਕਾਂ ਦੇ ਉਲਟ ਹੈ, ਉਹ ਤੋਂ ਅਸੀਂ ਖੁਸ਼ ਨਹੀਂ। ਇੰਟਰਨਲ ਡੈਮੋਕ੍ਰੇਸੀ ਕੀ ਹੈ? ਲੋਕ 10 ਮਹੀਨੇ ਤੋਂ ਇੱਥੇ ਬੈਠੇ ਨੇ, ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ। 700 ਬੰਦਾ ਅਕਾਲ ਚਲਾਣਾ ਕਰ ਗਿਆ, ਪਾਰਲੀਮੈਂਟ ਵਿੱਚ ਕੁੱਤਾ ਮਰੇ ਤੇ ਅਫਸੋਸ ਕਰ ਦਿੰਦੇ ਨੇ। ਇਸ ਦੇਸ਼ ਦਾ ਕਿਸਾਨ ਜਿਹਨੂੰ ਅੰਨਦਾਤਾ ਕਹਿੰਦੇ ਸੀ, ਉਹਨੂੰ ਇੱਕ ਸ਼ਰਧਾਂਜਲੀ ਵੀ ਨਹੀਂ ਦਿੱਤੀ, ਉਹਨੂੰ ਸ਼ਹੀਦ ਵੀ ਮੰਨਣ ਨੂੰ ਤਿਆਰ ਨਹੀਂ, ਕਹਿੰਦੇ ਨੇ ਇਹ ਅੰਨਦਾਤਾ ਹੈ। ਤੇ ਫਿਰ ਕੀ ਕਰੋਗੇ ਤੁਸੀਂ? ਤਾਂ ਇੱਦਾਂ ਦੀ ਇਹ ਸਰਕਾਰ ਸਹੀ ਮਾਅਨਿਆਂ ਵਿੱਚ ਲੋਕਾਂ ਦੀ ਸਰਕਾਰ ਹੁਣ ਰਹੀ ਨਹੀਂ। ਇਦੋਂ ਵੱਡਾ ਸਬੂਤ ਹੋਰ ਹੋ ਨਹੀਂ ਸਕਦਾ। ਇਹ ਜਿਹੜਾ ਪ੍ਰੀਐਂਬਲ ਹੈ
ਉਹ ਇਹਨਾਂ ਨੇ ਬਦਲ ਕੇ ਕਰਤਾ ਗਵਰਨਮੈਂਟ ਆਫ ਦਾ ਕਾਰਪੋਰੇਟ, ਗਵਰਨਮੈਂਟ ਬਾਈ ਦਾ ਪੀਪਲ, ਗਵਰਨਮੈਂਟ ਫॉर ਦਾ ਕਾਰਪੋਰੇਟਸ। ਹੁਣ ਇਹ ਹੋ ਗਿਆ, ਇਹ ਕਾਰਪੋਰੇਟਸ ਦੀ ਸਰਕਾਰ ਹੈ, ਲੋਕਾਂ ਨੇ ਚੁਣੀ ਜ਼ਰੂਰ, ਉਹਨਾਂ ਤੋਂ ਗਲਤੀ ਹੋ ਗਈ ਔਰ ਕਾਰਪੋਰੇਟਸ ਵਾਸਤੇ ਕੰਮ ਕਰ ਰਹੀ ਹੈ। ਅੱਜ ਜੋ ਡਿਕਟੇਟ ਕਰਦੇ ਨੇ ਕਾਰਪੋਰੇਟਸ, ਉਹੀ ਸਰਕਾਰ ਨੂੰ ਲਾਗੂ ਕਰਨਾ ਪੈਂਦਾ ਹੈ। ਇੱਕ ਇੱਕ ਅਦਾਰਾ, ਰੇਲਵੇ ਵਿਕ ਰਹੀ ਹੈ, 300 ਅਰਬ ਰੁਪਈਏ ਦੀ ਰੇਲਵੇ ਹੈ, ਅਸੈਸਮੈਂਟ ਹੋਈ ਹੁਣੇ, ਇਹ 15 ਅਰਬ ਰੁਪਈਏ ਦੇ ਵਿੱਚ ਵੇਚਣ ਜਾ ਰਹੇ ਨੇ। ਕੁਝ ਰੇਲਵੇ ਸਟੇਸ਼ਨ ਵੇਚਤੇ, ਕੁਝ 에ਅਰਪੋਰਟ ਵੇਚਤੇ, ਕੁਝ ਬੰਦਰਗਾਹਾਂ ਵੇਚਤੀਆਂ, ਕਮਿਊਨੀਕੇਸ਼ਨ ਵੇਚਤਾ, ਜਿਹੜਾ ਆਇਲ ਸੈਕਟਰ ਆ ਉਹ ਵੇਚਤਾ, ਕੋਲ ਸੈਕਟਰ ਵੇਚਤਾ। ਹੁਣ ਐਗਰੀਕਲਚਰ ਸੈਕਟਰ ਤੇ ਕਾਰਪੋਰੇਟਸ ਦਾ ਗਲਬਾ ਕਰਾਉਣ ਵਾਸਤੇ ਉਹ ਰਾਹ ਤੁਰੇ ਹੋਏ ਆ। ਇੱਥੇ ਗੱਲ ਇਹੀ ਨਹੀਂ, ਇੱਕ ਇਹ ਵੀ ਸਮਝ ਲੈਣੀ ਚਾਹੀਦੀ ਹੈ ਸਾਡੇ ਜਿਹੜੇ ਦੇਸ਼ ਵਾਸੀ ਨੇ ਉਹਨਾਂ ਨੂੰ, ਵੀ ਇਹ ਅੰਦੋਲਨ ਇੱਕ ਕੰਧ ਹੈ ਜਿਹਦੇ ਅੱਗੇ ਪਾਰ ਹੋਣਾ ਸਰਕਾਰ ਲਈ ਬਹੁਤ ਔਖਾ ਹੋ ਗਿਆ। ਐਡੀ ਵੱਡੀ ਲਿਸਟ ਹੈ ਕਾਨੂੰਨਾਂ ਦੀ, ਦੇਸ਼ ਦੇ ਹਰ ਵਰਗ ਨੂੰ ਬਰਬਾਦ ਕਰ ਦੇਗੀ। ਔਰ ਇਹ ਤੋਂ ਅਗਲਾ ਨੰਬਰ ਜਿਹੜਾ ਵਪਾਰੀ ਬੈਠੇ ਨੇ ਸਾਡੇ, ਉਹਨਾਂ ਦਾ ਵੱਡੇ ਵੱਡੇ ਮਾਲਸ ਕਾਰਪੋਰੇਟਸ ਦੇ ਇੱਥੇ ਖੁੱਲ੍ਹ ਜਾਣਗੇ। ਆ ਜਿਹੜੇ ਛੋਟੇ ਛੋਟੀਆਂ ਦੁਕਾਨਾਂ ਤੇ ਆਪਣਾ ਰੋਜ਼ੀ ਰੋਟੀ ਕਮਾਉਂਦੇ ਨੇ, ਇਹ ਸਾਰਿਆਂ ਵਾਸਤੇ ਰਸਤਾ ਬੰਦ ਹੋ ਜਾਏਗਾ। ਐਮਪਲਾਈਜ਼ ਨੂੰ ਜਿਹੜੇ ਇਹਨਾਂ ਨੇ ਲੇਬਰ ਲਾਜ਼ ਨਵੇਂ ਲਿਆਂਦੇ ਨੇ, 44 ਤੋਂ ਘਟਾ ਕੇ 4 ਕਰਤੇ, ਉਹਦੇ ਵਿੱਚ ਇਹਨਾਂ ਨੇ 12 ਘੰਟੇ 8 ਘੰਟੇ ਦੀ ਬਜਾਏ 12 ਘੰਟੇ ਵਰਕਿੰਗ ਆਵਰਸ ਕਰਤੇ। ਸਿਕਿਉਰਿਟੀ ਆਫ ਸਰਵਿਸ ਬਿਲਕੁਲ ਹੀ ਖਤਮ ਕਰਤੀ। ਮਾਲਕ ਜਿਹੜਾ ਤੁਹਾਨੂੰ ਜਦ ਮਰਜ਼ੀ ਕੰਨੋਂ ਫੜ ਕੇ ਬਾਹਰ ਕੱਢ ਦੇ, ਤੁਸੀਂ ਕੋਰਟ ਵਿੱਚ ਵੀ ਨਹੀਂ ਜਾ ਸਕਦੇ। ਤਾਂ ਇੱਦਾਂ ਦੇ ਕਾਨੂੰਨ ਨੇ ਜਿਹੜੇ ਇਸ ਅੰਦੋਲਨ ਨੇ ਇੱਕ ਕੰਧ ਬਣ ਕੇ ਰੋਕੇ ਹੋਏ ਹੈ। ਇਸ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਜੇ ਅੱਜ ਨਾ ਨਿਕਲੇ ਬਾਹਰ ਤਾਂ ਫਿਰ ਬਹੁਤ ਪਛਤਾਉਣਾ ਪਏਗਾ। ਇਸੇ ਲਈ ਅਸੀਂ 27 ਨੂੰ ਭਾਰਤ ਬੰਦ ਰੱਖਿਆ। ਇਹਦੇ ਵਿੱਚ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਨੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੋਏਗੀ। ਮਰੀਜ਼ ਹੋਣਗੇ, ਕਿਸੇ ਨੂੰ ਰੁਕਾਵਟ ਨਹੀਂ, ਵਿਆਹ ਹੈ ਕਿਸੇ ਨੂੰ ਰੁਕਾਵਟ ਨਹੀਂ, ਜਿਹੜੀਆਂ ਦੁਕਾਨਾਂ ਨੇ ਦਵਾਈਆਂ ਦੀਆਂ ਉਹ ਖੁੱਲ੍ਹੀਆਂ ਰਹਿਣਗੀਆਂ, ਕੈਮਿਸਟ ਦੀਆਂ ਦੁਕਾਨਾਂ ਖੁੱਲ੍ਹੀਆਂ ਨੇ। ਹਾਂ, ਐਮਰਜੈਂਸੀ ਸਰਵਿਸਿਜ਼ ਕੋਈ ਉਹਦੇ 'ਤੇ ਪਾਬੰਦੀ ਨਹੀਂ ਹੋਏਗੀ। ਬਾਕੀ ਅਸੀਂ ਲੋਕਾਂ ਨੂੰ ਕਹਾਂਗੇ ਵੀ ਇਹ ਆਪ ਆਪਣਾ ਕੰਮ ਸਮਝ ਕੇ ਹਰ ਕੰਮ ਠੱਪ ਕਰ ਦਿਓ। ਉਸ ਦਿਨ ਰੇਲਵੇ ਵੀ ਬੰਦ ਹੋਣੀ ਚਾਹੀਦੀ ਹੈ, ਉਸ ਦਿਨ ਸੜਕਾਂ ਵੀ ਬੰਦ ਹੋਣੀਆਂ ਚਾਹੀਦੀਆਂ, ਹਰ ਬਾਜ਼ਾਰ ਬੰਦ ਹੋਣਾ ਚਾਹੀਦਾ ਹੈ। ਹਰ ਇੱਕ ਨੂੰ ਇਹ ਆਪਣੀ ਘਰ ਦੀ ਲੜਾਈ ਸਮਝ ਕੇ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਇਹ ਹੁੰਦਾ ਹੀ ਹੈ, ਤੁਹਾਡੇ ਕੋਲ ਡੈਮੋਕ੍ਰੇਸੀ ਵਿੱਚ ਤੁਸੀਂ ਡਾਂਗ ਨਾਲ, ਸੋਟੀ ਨਾਲ, ਗੋਲੀ ਨਾਲ ਸਰਕਾਰ ਨੂੰ ਨਹੀਂ ਝੁਕਾ ਸਕਦੇ। ਲੋਕਾਂ ਕੋਲ ਕੀ ਹੁੰਦਾ, ਇਹ ਲੋਕਾਂ ਦਾ ਡੈਮੋਕ੍ਰੈਟਿਕ ਰਾਈਟ ਵੀ ਹੈ ਔਰ ਤਰੀਕਾ ਵੀ ਇਹੀ ਹੈ। ਪੀਸਫੁਲ ਮੂਵਮੈਂਟ ਕਰਕੇ ਤੁਸੀਂ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਦਿਓ, ਉਹਦੇ ਨਾਲ ਸਰਕਾਰ ਨੂੰ ਜਿਹੜਾ ਹੈ ਬਹੁਤ ਚਿੰਤਾ ਹੁੰਦੀ ਹੈ ਵੀ ਲੋਕ ਸਾਡੇ ਖਿਲਾਫ ਹੋ ਰਹੇ ਨੇ। ਅਸੀਂ ਬੰਗਾਲ ਗਏ, ਬੰਗਾਲ ਜਾ ਕੇ ਅਸੀਂ ਇੱਕ ਚਿੱਠੀ ਜਾਰੀ ਕੀਤੀ ਨਾ ਉੱਥੇ ਦੇ ਕਿਸਾਨਾਂ ਨੂੰ ਅਪੀਲ ਵੀ ਇਹਨਾਂ ਨੂੰ ਨਾ ਵੋਟ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਸਾਫ਼ ਹੋ ਗਏ। ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਯੂਪੀ ਰਾਹੀਂ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਜਾਂਦਾ ਹੈ, ਜੇ ਤੁਸੀਂ ਨਾ ਟਲੇ ਅਸੀਂ ਯੂਪੀ ਵਿੱਚ ਤੁਹਾਡੀਆਂ ਜੜ੍ਹਾਂ ਪੱਟਣੀਆਂ ਸ਼ੁਰੂ ਕਰ ਦੇਣੀਆਂ, ਉੱਤਰਾਖੰਡ ਸ਼ੁਰੂ ਕਰ ਦੇਣੀ, ਮੁਜ਼ੱਫਰਨਗਰ ਤੋਂ ਸ਼ੁਰੂ ਹੋ ਗਿਆ। ਅਸੀਂ ਵਾਰਾਣਸੀ ਇੱਕ ਵੱਡੀ ਰੈਲੀ ਕਰਿਆ, ਇਹ ਤਾਂ ਕਰਨੀ ਨਹੀਂ ਸੀ ਦਿੰਦੇ ਕਿਸੇ ਨੂੰ ਰੈਲੀ, ਕਿਸੇ ਪੋਲੀਟੀਕਲ ਪਾਰਟੀ ਦੀ ਜ਼ਰੂਰਤ ਨਹੀਂ ਸੀ ਪੈਂਦੀ ਯੂਪੀ ਦੇ ਵਿੱਚ ਰੈਲੀ ਕਰਨ ਦੀ, ਅਸੀਂ ਲੋਕੀ ਬਾਹਰ ਕੱਢਤੇ। ਹੁਣ ਈਸਟਰਨ ਯੂਪੀ ਤੁਰ ਪਿਆ। ਔਰ ਇਹੀ ਨਹੀਂ, ਇਸ ਵੇਲੇ ਕੰਨਿਆ ਕੁਮਾਰੀ ਤੋਂ ਇੱਕ ਵੱਡਾ ਜੱਥਾ ਤਾਮਿਲਨਾਡੂ ਦੇ ਕਿਸਾਨਾਂ ਦਾ ਤੇ ਕਰਨਾਟਕ ਦੇ ਕਿਸਾਨਾਂ ਦਾ ਬਹੁਤ ਵੱਡਾ ਜੱਥਾ ਪੈਦਲ ਤੁਰਿਆ ਹੋਇਆ ਇੱਥੇ ਨੂੰ ਆ ਰਿਹਾ। ਔਰ ਇੱਕ ਜੱਥਾ ਕੇਰਲਾ ਤੋਂ ਆ ਰਿਹਾ, ਇੱਕ ਜੱਥਾ ਇੱਥੋਂ ਕਿਹੜਾ ਆਂਧਰਾ ਟੁੱਟ ਕੇ ਬੜੀ ਸਟੇਟ ਉੱਥੋਂ ਆ ਰਿਹਾ, ਇੱਕ ਜੱਥਾ ਉੜੀਸਾ ਤੋਂ ਵਾਰਾਣਸੀ ਤੱਕ ਆ ਰਿਹਾ। ਸਾਰੇ ਦੇਸ਼ ਨੂੰ ਨਕਸ਼ੇ 'ਤੇ ਦੇਖੋ ਇੱਦਾਂ ਪੁਣ ਦਿੱਤਾ। ਵੱਡੀ ਗਿਣਤੀ 'ਚ ਲੋਕ, ਹਜ਼ਾਰਾਂ ਦੀ ਗਿਣਤੀ ਵਿੱਚ ਹਰ ਜਗ੍ਹਾ ਤੋਂ ਤੁਰ ਪਏ ਨੇ। ਉਹਦੇ ਨਾਲ ਸਾਰੇ ਦੇਸ਼ ਵਿੱਚ ਹਲਚਲ ਮਚ ਗਈ ਤੇ ਸਰਕਾਰ ਨੂੰ ਇਹ ਜਿਹੜਾ ਬੰਦ ਹੈ ਇਹ ਆਪਣੇ ਆਪ 'ਚ ਇੱਕ ਮਿਸਾਲ ਹੋਏਗਾ ਔਰ ਸਰਕਾਰ ਨੂੰ ਹਿਲਾ ਕੇ ਰੱਖ ਦੇਗਾ। ਸਰਕਾਰ ਯਾਨੀ ਕਿ ਆਪਾਂ ਸਮਝ ਕੇ ਚੱਲੀਏ ਉਹਨਾਂ ਦੀ ਜਿਹੜੀ ਕਵਰ ਦੇ ਵਿੱਚ ਕਿਲ ਠੋਕਿਆ ਜਾਏ। ਬਿਲਕੁਲ ਬਿਲਕੁਲ, ਉਹਨਾਂ ਦੀ ਜਿਹੜੀ ਕਵਰ ਹੈ ਉਹਦੇ 'ਚ ਇਹ ਆਖਰੀ ਕਿਲ ਸਾਬਤ ਹੋਏਗਾ। ਇਹ ਸਨ ਸਾਡੇ ਨਾਲ ਕਿਸਾਨੀ ਸੰਘਰਸ਼ ਜਿਹੜੇ ਬਾਬਾ ਬੋੜ ਕਹੇ ਜਾਂਦੇ ਆ, ਰਾਜੇਵਾਲ ਸਾਹਿਬ। ਇਹਨਾਂ ਨੇ ਬਹੁਤ ਸਿਆਣੀਆਂ ਗੱਲਾਂ ਕੀਤੀਆਂ। ਆਪਾਂ ਇਸ ਸੰਬੰਧੀ ਹੋਰ ਵੀ ਜਿਹੜੀ ਡਿਸਕਸ਼ਨ ਕਰਦੇ ਰਵਾਂਗੇ। ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਬਹੁਤ।